So whenever farmers are on the roads, so my conscience does not allow me to receive this award. I support farmers. So I feel I would be guilty, and if I at this moment I receive this award. But ਤੁਸੀਂ ਜਦੋਂ ਸਟੇਜ ਤੇ ਸੀ ਤੁਸੀਂ ਪਹਿਲਾਂ ਇਹ ਮਿੱਥਿਆ ਹੋਇਆ ਸੀਗਾ ਕਿ ਮੈਂ ਇਹ 골ਡ ਮੈਡਲ ਨਹੀਂ ਲੈਣਾ ਕਿ ਤੁਸੀਂ ਸਟੇਜ ਤੇ ਜਾ ਕੇ ਭਾਵਕ ਹੋ ਗਏ ਸੀ? ਨਾ ਤਾਂ ਮੈਂ ਘਰੋਂ ਕੋਈ ਵਿਉਂਤਬੰਦੀ ਵੀ ਸੀਗਾ ਕਿ ਮੈਂ ਇਹਨੂੰ ਜਾ ਕੇ ਮੋੜਨਾ ਹੈ, ਪਰ ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਮੈਂ ਕਰਨਾ ਕੀ ਹੈ। ਫਿਰ ਉਹ ਇੰਨੀ ਗੱਲ ਹੋਈ ਜੀ, ਉਹ ਫਿਰ ਨਾ ਕਹਿ ਲਓ ਰੋਣਾ ਹੀ ਰੋਣ ਲੱਗ ਗਿਆ। ਕਹਿੰਦਾ सरदार जी आप दिल्ली के बॉर्डर पे बैठे हो ना पगड़ी वाले, हमारी जान में जान है। ਫਿਰ ਉਹ ਸ਼ੁਰੂ ਹੋ ਗਿਆ ਮੋਦੀ ਸਰਕਾਰ ਦੇ ਗਾਲਾਂ ਕੱਢਣ, ਪਤਾ ਨਹੀਂ ਉਹਨੂੰ ਕੀ ਦੁੱਖ ਹੋਣਾ। ਸਰੋਵਰ ਦੇ ਕੰਢੇ ਤੇ ਬੈਠ ਕੇ ਮੈਂ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਖੱਤ ਲਿਖਿਆ। I am neither a politician nor a terrorist। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਜਤਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA ਟੀਵੀ ਚੈਨਲ। ਦੋਸਤੋ, ਜਿਵੇਂ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਦੌਰਾਨ, ਪਿਛਲੇ ਕੁਝ ਮਹੀਨਿਆਂ ਦੌਰਾਨ ਕਿਸਾਨ ਅੰਦੋਲਨ ਜਿਹੜਾ ਉਹ ਹਿੰਦੁਸਤਾਨ ਵਿੱਚ ਬਹੁਤ ਭਾਰੂ ਰਿਹਾ। ਥਾਂ ਥਾਂ ਤੋਂ ਲੋਕ, ਖਾਸ ਕਰਕੇ ਪੰਜਾਬ, ਹਰਿਆਣਾ, ਯੂਪੀ ਜਾਂ ਹੋਰ ਕੁਝ ਸਟੇਟਾਂ ਤੋਂ ਜਿਹੜੇ ਲੋਕ ਸੀ ਉਸ ਅੰਦੋਲਨ ਵਿੱਚ ਕੁੱਦੇ। ਉਸ ਅੰਦੋਲਨ ਨੇ ਇੰਨਾ ਜ਼ਿਆਦਾ ਪ੍ਰਭਾਵ ਹਿੰਦੁਸਤਾਨ ਗੌਰਮੈਂਟ 'ਚ ਪਾਇਆ ਕਿ ਉਹਨਾਂ ਨੂੰ ਹਥਿਆਰ ਸੁੱਟਣੇ ਪਏ। ਮੋਦੀ ਸਰਕਾਰ ਨੇ ਜਿਹੜੇ 3 ਬਿੱਲ ਉੱਥੇ ਬਣਾਏ ਸੀ ਉਹ ਕਿਸਾਨਾਂ ਨੂੰ ਪਸੰਦ ਨਹੀਂ ਸੀ। ਕਿਸਾਨਾਂ ਨੇ ਅੰਦੋਲਨ ਸ਼ੁਰੂ ਕੀਤਾ ਅਤੇ ਹਾਰ ਕੇ ਇਸ ਅੰਦੋਲਨ ਨੂੰ ਮੱਦੇਨਜ਼ਰ ਰੱਖਦੇ ਹੋਏ ਕਿ ਹੁਣ ਤਾਂ ਜਿਹੜੀ ਗੱਲ ਹੈ ਬਹੁਤ ਅੱਗੇ ਲੰਘ ਗਈ ਆ ਅਤੇ ਮੋਦੀ ਸਰਕਾਰ ਨੂੰ ਉਹ ਜਿਹੜੇ ਬਿੱਲ ਵਾਪਸ ਲੈਣੇ ਪਏ। ਇਹਨਾਂ ਦਿਨਾਂ ਦੌਰਾਨ ਇੱਕ ਸ਼ਖਸੀਅਤ ਅਜਿਹੀ ਹੋਈ ਜਿਹੜੇ ਕਿ ਉਹ ਸਾਇੰਟਿਸਟ ਆ, ਪੰਜਾਬ ਐਗਰੀਕਲਚਰ ਯੂਨੀਵਰਸਿਟੀ, ਜਿਵੇਂ ਤੁਹਾਨੂੰ ਪਤਾ ਕਿ ਉਹ ਯੂਨੀਵਰਸਿਟੀ ਜਿਹੜੀ ਆ ਟੋਟਲੀ ਖੇਤੀਬਾੜੀ ਨਾਲ ਸੰਬੰਧਿਤ ਆ। ਇਸ ਖੇਤੀਬਾੜੀ ਨੇ ਬਹੁਤ ਸਾਰੇ ਬੁੱਧੀਜੀਵੀ, ਬਹੁਤ ਸਾਰੇ ਵਿਗਿਆਨੀ ਜਿਹੜੇ ਆ ਉਹ ਸਾਡੇ ਸਮਾਜ ਨੂੰ ਦਿੱਤੇ ਆ। ਉਹਨਾਂ ਜਿਹੜੇ ਵਿਗਿਆਨੀਆਂ ਨੇ ਖੇਤੀਬਾੜੀ ਦੀ ਜਿਹੜੀ ਮੂਵਮੈਂਟ ਆ ਬਹੁਤ ਜ਼ਿਆਦਾ ਚਲਾਈ। ਅਜਿਹੇ ਉਹਨਾਂ ਨੇ ਕਾਢਾਂ ਕੱਢੀਆਂ ਕਿ ਅੱਜ ਜਿਹੜਾ ਭਾਰਤ ਆ ਉਹ ਆਪਣੇ ਜੋਗਾ ਹੋ ਗਿਆ, ਆਪਣੀ ਖੇਤੀ 'ਤੇ ਨਿਰਭਰ ਹੋ ਗਿਆ। ਉਹਨਾਂ ਨੂੰ ਬਾਹਰਲੇ ਦੇਸ਼ਾਂ ਦਾ ਮੂੰਹ ਨਹੀਂ ਦੇਖਣਾ ਪੈਂਦਾ। ਅਜਿਹੇ ਹੀ ਇੱਕ ਬੁੱਧੀਜੀਵੀ ਸੀ ਡਾਕਟਰ ਵਰਿੰਦਰਪਾਲ ਸਿੰਘ, ਜਿਹੜੇ ਸੋਇਲ ਡਿਪਾਰਟਮੈਂਟ ਦੇ ਹੈੱਡ ਆ, ਉਹ ਪ੍ਰਿੰਸੀਪਲ ਆ। ਉਹਨਾਂ ਦੀ ਜਿਹੜੀ ਆਪਣੀ ਡੈਜ਼ਿਗਨੇਸ਼ਨ ਹੈ ਉਹ ਆਪ ਦੱਸਣਗੇ, ਕਿਉਂਕਿ ਇਹ ਟੈਕਨੀਕਲ ਗੱਲਾਂ ਹੁੰਦੀਆਂ, ਕਿਸੇ ਡਿਪਾਰਟਮੈਂਟ ਦੀਆਂ ਗੱਲਾਂ ਉਹ ਆਪ ਦੱਸਦੇ ਆ। ਸਾਨੂੰ ਗੱਲ ਕਰਨ ਦਾ ਅੱਜ ਮੌਕਾ ਮਿਲ ਰਿਹਾ ਕਿਉਂਕਿ ਇਹ ਸ਼ਖਸੀਅਤ ਉਹ ਸ਼ਖਸੀਅਤ ਆ ਜਿਨ੍ਹਾਂ ਨੇ ਭਾਰਤ ਸਰਕਾਰ ਵੱਲੋਂ 골ਡ ਮੈਡਲ ਲੈਣ ਤੋਂ ਸਟੇਜ ਦੇ ਉੱਤੇ ਇਨਕਾਰ ਕਰ ਦਿੱਤਾ ਸੀ। I request him to kindly come. He receives the award as a joint winner for best work done in the field of plant nutrition, Dr. Vrinderpal Singh, Punjab Agriculture University. I have a humble question that this technology for honorable minister that once the technology moves for the farmers, it can save about 750 crore of rupees in Punjab only, and in total India, the saving of the chapter from the government, it would be in billions. So I am thankful to you for giving this technology recognition. So thank you, Dr. Steve. So I wish to submit my gratitude to the honorable Minister of Chemicals and Fertilizer, and also to Director General Afia. So thanks, sir. I have a humble submission that at this time of crisis for the nation, so whenever farmers are on the roads, so my conscience does not allow me to receive this award. So I wish that we shall work together for the nation, and the government shall listen to our dear farmers. The work I did is only for the farmers and for the nation. So I feel I would be guilty, and if I at this moment I receive this award, but I have a great gratitude for the honorable Minister of Chemicals and Fertilizer and the Director General FAI. So kindly accept my apologies. I regret that
for any inconvenience, but my only feelings are that we shall jointly work for the farmers, we shall jointly work for the government of India, so that we can build our India, great India. So nice of you. Okay, Dr. Virender Pal Singh. I support farmers. Thank you. Thank you. Keep it for better days. Thank you. साफ करें आप और मैं उनका बहुत रिगार्ड करता हूं ਇਹ ਜਿਹੜਾ 골ਡ ਮੈਡਲ ਸੀ ਉਹਨਾਂ ਨੂੰ ਖੇਤੀ ਸੇਵਾਵਾਂ ਬਦਲੇ ਦਿੱਤਾ ਜਾ ਰਿਹਾ ਸੀ। ਬਹੁਤ ਇਹਦੇ ਪਿੱਛੇ ਕਹਿੰਦੇ ਆ ਕਿ ਇੱਕ ਮੁੱਦਤ ਲੱਗ ਜਾਂਦੀ ਹੈ ਅਜਿਹੇ ਸਨਮਾਨ ਪ੍ਰਾਪਤ ਕਰਨ ਲਈ। ਇਹਨਾਂ ਨੇ ਕੁਝ ਅਜਿਹੀਆਂ ਕਾਢਾਂ ਕੱਢੀਆਂ ਸੀ, ਅਜਿਹੇ ਕੰਮ ਕੀਤੇ ਸੀ ਜਿਹਦੇ ਲਈ ਭਾਰਤ ਸਰਕਾਰ ਇਹਨਾਂ ਨੂੰ 골ਡ ਮੈਡਲ ਦੇਣ ਜਾ ਰਹੀ ਸੀ। ਪਰ ਜਿਵੇਂ ਕਿ ਕਿਹਾ ਮੈਂ ਪਹਿਲਾਂ ਕਿ ਕਿਸਾਨ ਅੰਦੋਲਨ ਦੇ ਚੱਲਦਿਆਂ ਇਹਨਾਂ ਦੀ ਜਿਹੜੀ ਜ਼ਮੀਰ ਸੀ ਉਹ ਆਵਾਜ਼ ਨਹੀਂ ਦਿੱਤੀ ਉਹਨਾਂ ਨੇ, ਤੇ ਉਸ ਜ਼ਮੀਰ ਨੂੰ ਮੱਦੇਨਜ਼ਰ ਰੱਖਦਿਆਂ ਇਹਨਾਂ ਨੇ ਉਹ 골ਡ ਮੈਡਲ ਵਾਪਸ ਕਰ ਦਿੱਤਾ। ਬੜੀ ਹਲੀਮੀ ਨਾਲ ਵਾਪਸ ਕੀਤਾ, ਇਹ ਨਹੀਂ ਹੈਗਾ ਵੀ ਬੜੇ ਆਕੜ ਕੇ ਜਾਂ ਰੋਹ ਪਾ ਕੇ, ਬੜੇ ਤਮੀਜ਼ ਨਾਲ ਜਿਹਨੂੰ ਕਹਿ ਸਕਦੇ ਆ ਉਹ 골ਡ ਮੈਡਲ ਇਹਨਾਂ ਨੇ ਭਾਰਤ ਸਰਕਾਰ ਤੋਂ ਲੈਣ ਤੋਂ ਸਟੇਜ ਦੇ ਉੱਤੇ ਹੀ ਇਨਕਾਰ ਕਰ ਦਿੱਤਾ ਸੀ। ਉਸ ਵਿਸ਼ੇ ਦੀ ਬਹੁਤ ਜ਼ਿਆਦਾ ਚਰਚਾ ਹੋਈ ਸੀ। ਅਸੀਂ ਪੰਜਾਬ ਮੇਲ USA TV ਵੱਲੋਂ ਪਹਿਲਾਂ ਵੀ ਇਹਨਾਂ ਦੀ ਛੋਟੀ ਜਿਹੀ ਇੱਕ ਮੁਲਾਕਾਤ ਤੁਹਾਡੇ ਸਾਹਮਣੇ ਰੂਬਰੂ ਕੀਤੀ ਸੀ ਜਲੰਧਰ ਸਟੂਡੀਓ ਤੋਂ, ਤੇ ਅੱਜ ਕੁਦਰਤੀ ਉਹ ਅਮਰੀਕਾ ਆਏ ਹੋਏ ਆ ਕਿਸੇ ਰਿਸਰਚ ਦੇ ਸੰਬੰਧ ਵਿੱਚ। ਉਹ PAU ਵੱਲੋਂ ਇੱਥੇ ਪਹੁੰਚੇ ਆ ਤੇ ਪੰਜਾਬ ਮੇਲ USA ਸਟੂਡੀਓ ਅੱਜ ਵਿਸ਼ੇਸ਼ ਤੌਰ ਤੇ ਪਧਾਰੇ ਆ। ਅਸੀਂ ਬੜੇ ਵਡਭਾਗੇ ਆ ਕਿ ਅਜਿਹੀ ਸ਼ਖਸੀਅਤ ਸਾਡੇ ਸਟੂਡੀਓ ਵਿੱਚ ਆਈ ਆ। ਅਸੀਂ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਡਾਕਟਰ ਰਵਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਟੂਡੀਓ ਵਿੱਚ। ਧੰਨਵਾਦ ਤੁਹਾਡਾ ਬਹੁਤ ਬਹੁਤ। ਡਾਕਟਰ ਸਾਹਿਬ, ਮੈਂ ਜਿਵੇਂ ਕਿ ਹੁਣੇ ਕਹਿ ਕੇ ਹਟਿਆ ਕਿ ਮੈਨੂੰ ਕਿਉਂਕਿ ਪੂਰਾ ਨਹੀਂ ਪਤਾ ਹੁੰਦਾ ਕਿਉਂਕਿ ਤੁਹਾਡਾ ਡਿਪਾਰਟਮੈਂਟ ਅਸੀਂ ਤੇ ਇਹੋ ਜਾਣਦੇ ਹੁੰਦੇ ਹਾਂ ਵੀ ਸੋਇਲ ਡਿਪਾਰਟਮੈਂਟ ਤੁਹਾਡਾ, ਤੇ ਤੁਸੀਂ ਸਭ ਤੋਂ ਵੱਡੇ ਜਿਵੇਂ ਕਹਿੰਦੇ ਨੇ ਪਿੰਡਾਂ 'ਚ ਵੀ ਆਫਿਸਰ ਲੱਗੇ ਜੀ, ਸਾਡੇ ਸਭ ਤੋਂ ਵੱਡੇ ਹੈੱਡ ਆਫ ਦੀ ਡਿਪਾਰਟਮੈਂਟ। ਤੇ ਅਸੀਂ ਚਾਹਾਂਗੇ ਸਾਡੇ ਦਰਸ਼ਕਾਂ ਨੂੰ ਜਿਹੜਾ ਉਹ ਤੁਸੀਂ ਦੱਸੋ ਕਿ ਤੁਹਾਡਾ ਡੈਜ਼ਿਗਨੇਸ਼ਨ ਕੀ ਹੈ ਇਸ ਵੇਲੇ। ਹਾਂਜੀ, ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੋਇਲ ਸਾਇੰਸ ਡਿਪਾਰਟਮੈਂਟ 'ਚ ਬਤੌਰ ਪ੍ਰਿੰਸੀਪਲ ਸੋਇਲ ਕੈਮਿਸਟ ਕੰਮ ਕਰਦਾ ਜੀ। ਨੂੰ ਪ੍ਰਮੁੱਖ ਭੂਮੀ ਵਿਗਿਆਨੀ। ਤੇ ਜਿਹੜਾ ਮੇਰਾ ਵਿਸ਼ਾ ਹੈ ਕੰਮ ਕਰਨ ਦਾ ਕਿ ਫਸਲਾਂ ਦੀ ਕਾਸ਼ਤ ਜਿਹੜੀ ਅਸੀਂ ਕਰਦੇ ਹਾਂ ਉਹਦੇ ਵਿੱਚ ਜਿਹੜੀਆਂ ਬੇਲੋੜੀਆਂ ਖਾਦਾਂ ਦੀ ਵਰਤੋਂ ਹੁੰਦੀ ਹੈ ਉਹਨੂੰ ਕਿਵੇਂ ਘੱਟ ਕੀਤਾ ਜਾ ਸਕਦਾ ਹੈ। ਸਾਡੇ ਕਿਸਾਨ ਦਾ ਇੱਕ ਰੁਝਾਨ ਹੈ ਜਦੋਂ ਫਸਲ ਦੀ ਕਾਸ਼ਤ ਕਰਦਾ ਤਾਂ ਯੂਰੀਆ ਉਹ ਫਿਰ ਮਤਲਬ ਕਿ ਅੱਖਾਂ ਅੰਨਾ ਧੁੰਦ ਪਾਉਂਦਾ, ਤੇ ਪਾਉਂਦਾ ਇੱਦਾਂ ਹੈਗਾ ਵੀ ਉਹਨਾਂ ਗੁਆਂਢੀ ਦਾ ਖੇਤ ਵੇਖਦਾ ਵੀ ਕਿੰਨਾ ਜ਼ਿਆਦਾ ਹਰਿਆ ਭਰਿਆ ਕਿਉਂ। ਹਾਂ, ਤੇ ਉਹ ਫਿਰ ਉਹਦੀ ਇਹੀ ਰੇਸ ਹੁੰਦੀ ਹੈ ਵੀ ਮੈਂ ਗੁਆਂਢੀ ਨਾਲੋਂ ਆਪਣੀ ਫਸਲ ਜਿਹੜੀ ਹੈ ਨਾ ਉਹ ਉਹ ਹਰਾ ਨਹੀਂ ਕਰਦਾ, ਉਹ ਕਾਲਾ ਕਰਦਾ। ਦੇਖਣ ਹਰਾ, ਉਹ ਕਾਲਾ ਸ਼ਾਹ ਕਰਦਾ ਰੰਗ ਨੂੰ, ਮਤਲਬ ਉਹ ਹਰਾ ਰੰਗ ਨਹੀਂ ਹੁੰਦਾ। ਉਹਨੂੰ ਇਹ ਨਹੀਂ ਹੁੰਦਾ ਵੀ ਮੇਰੀ ਫਸਲ ਹੋਵੇ ਨਾ ਹੋਵੇ, ਉਹਨੇ ਦੇਖਣ 'ਚ ਚੰਗਾ ਲਾਉਣਾ ਵੀ ਉਹ ਡਾਰਕ ਗ੍ਰੀਨ ਇੰਨਾ ਕਰ ਲੈਂਦਾ ਕਿ ਉਹ ਕਾਲਾ ਹੀ ਕਰ ਲੈਂਦਾ, ਮਤਲਬ ਕਿ ਕਾਲਾ ਸ਼ਾਹ ਹੀ ਕਰਦਾ। ਉਹਦੇ ਉੱਤੇ ਸਾਡੀ ਜਿਹੜੀ ਮੇਨ ਖੋਜ ਹੈਗੀ ਹੈ ਕਿਉਂਕਿ ਕਿਸਾਨ ਰੰਗ ਦੇਖ ਕੇ ਖਾਦ ਪਾਉਂਦਾ ਜੀ, ਤੇ ਅਸੀਂ ਫਿਰ ਆਪਣੀ ਜਿਹੜੀ ਖੋਜ ਨੂੰ ਇਦਾਂ ਦਿਸ਼ਾ ਦਿੱਤੀ ਵੀ ਜੋ ਰੰਗ ਦੇਖ ਕੇ ਹੀ ਖਾਦ ਪਾਉਂਦਾ ਕਿ ਉਹਨਾਂ ਨੂੰ ਠੀਕ ਰੰਗ ਹੀ ਦੱਸ ਦਿੱਤੇ ਜਾਣ ਵੀ ਉਸ ਰੰਗ ਤੋਂ ਹੀ ਉਹਨੂੰ ਲੱਗ ਜਾਵੇ ਪਤਾ ਕੀ ਖਾਦ ਪਾਉਣੀ ਹੈ, ਯੂਰੀਆ ਦੀ ਖਾਦ। ਸੋ ਉਹਦੇ ਉੱਤੇ ਮੇਰਾ ਵੱਡਾ ਕੰਮ ਹੈਗਾ। ਜਿਹੜਾ ਸਾਡੀ ਅਵਾਰਡ ਦੀ ਗੱਲ ਕੀਤੀ ਉਹ ਅਵਾਰਡ ਵੀ ਉਹਦੇ ਨਾਲ ਹੀ ਸੰਬੰਧਿਤ ਸੀਗਾ। ਅਸੀਂ ਇੱਕ ਪੱਤਾ ਰੰਗ ਚਾਰਟ ਨਾਂ ਦਾ ਇੱਕ ਜੰਤਰ ਹੈ ਉਹ ਇਜਾਦ ਕੀਤਾ ਹੈ। ਉਹਦੇ ਨਾਲ ਕਿਸਾਨ ਨੇ ਰੰਗ ਮਿਲਾਉਣਾ ਹੁੰਦਾ ਜੀ, ਤੇ ਰੰਗ ਮਿਲਾ ਕੇ ਉਹਨੂੰ ਪਤਾ ਲੱਗ ਜਾਂਦਾ ਉਹ ਖਾਦ ਕਿੰਨੀ ਪਾਉਣੀ। ਅਸੀਂ ਉਹਦੀ ਇੱਕ ਸਮਾਰਟਫੋਨ ਦੀ ਐਪ ਵੀ ਡਿਵੈਲਪ ਕਰ ਦਿੱਤੀ ਹੈ, ਉਹਦੇ 'ਚ ਉਹ ਰੰਗ ਭਰ ਦਿੰਦਾ ਕਿ ਮੇਰੀ ਫਸਲ ਦਾ ਰੰਗ ਇੰਨਾ ਹੈ, ਤੇ ਉੱਥੋਂ ਉਹਨੂੰ ਲੱਗ ਜਾਂਦਾ ਪਤਾ ਵੀ ਖਾਦ ਪਾਉਣੀ ਹੈ ਕਿ ਨਹੀਂ ਪਾਉਣੀ, ਪਾਉਣੀ ਤਾਂ ਕਿੰਨੀ ਪਾਉਣੀ ਹੈ, ਕਦੋਂ ਪਾਉਣੀ ਹੈ। ਸੋ ਇਹ ਇੱਕ ਇਹੋ ਜਿਹੀ ਵਿਧੀ ਹੈ ਜਿਹੜੀ ਕਿ ਬਹੁਤ ਹੀ ਸਸਤੀ ਤੇ ਕਾਰਗਰ ਹੈ। 100 ਰੁਪਏ ਦਾ ਉਹ ਜੰਤਰ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਉਹ ਉਪਲਬਧ ਕਰਾਉਂਦੀ ਹੈ, ਅਫੋਰਡੇਬਲ ਆ ਸਾਰਿਆਂ ਨੂੰ, ਔਰ ਵਨ ਟਾਈਮ ਇਨਵੈਸਟਮੈਂਟ ਹੈ। ਜ਼ਿੰਦਗੀ 'ਚ ਉਹਨੇ ਇੱਕ ਵਾਰ ਲੈਣਾ ਹੈ, ਕੋਈ ਉਹਦੀ ਮੋਟਰ ਨਹੀਂ ਪੈਣੀ, ਕੋਈ ਉਹਨੂੰ ਪੈਟਰੋਲ ਨਹੀਂ ਪੈਣਾ, ਕੋਈ ਚਾਰਜ ਨਹੀਂ ਕਰਨਾ ਪੈਣਾ, ਸਿੰਪਲ ਟੂਲ ਹੈ। ਔਰ ਇਹ ਟੂਲ ਦੀ ਕਾਰਡ PAU ਵੱਲੋਂ ਹੋਈ? ਹਾਂਜੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਜਿਹੜੀ ਮੇਰੀ ਟੀਮ ਹੈ ਅਸੀਂ ਰਲ ਕੇ ਇਸ ਨੂੰ ਤਿਆਰ ਕੀਤਾ। ਇਹਦੇ ਸੰਬੰਧ ਵਿੱਚ ਸਾਨੂੰ ਜਿਹੜਾ ਉਹ ਅਵਾਰਡ ਸੀਗਾ ਫਰਟੀਲਾਈਜ਼ਰ ਐਸੋਸੀਏਸ਼ਨ ਆਫ ਇੰਡੀਆ ਵੱਲੋਂ। ਔਰ ਇਹ ਐਡੀ ਕਾਰਗਰ ਵਿਧੀ ਹੈ ਜਿਹਨੂੰ ਅਸੀਂ ਪੰਜਾਬ ਦੇ ਸਾਰੇ ਕਿਸਾਨਾਂ ਤੱਕ ਪਹੁੰਚਦੀ ਕਰ ਦਈਏ ਤਾਂ ਪੰਜਾਬ 750 ਕਰੋੜ ਰੁਪਏ ਦਾ ਯੂਰੀਆ ਹਰ ਸਾਲ ਬਚਾ ਸਕਦਾ। ਕਿਉਂਕਿ 750 ਕਰੋੜ ਰੁਪਈਆ ਕੋਈ ਛੋਟੀ ਰਕਮ ਨਹੀਂ ਹੈ। ਔਰ ਇਹਦੇ ਨਾਲ ਜਿਹੜੇ এনवायरमेंटल ਕੰਸਰਨ ਨੇ ਉਹਨਾਂ ਦਾ ਤਾਂ ਮੁੱਲ ਹੀ ਕੋਈ ਨਹੀਂ ਹੈਗਾ ਜੀ। ਜਦੋਂ ਯੂਰੀਆ ਵੱਧ ਪਾਉਨੇ ਆ ਤਾਂ ਫਿਰ ਉਹ ਜਿਹੜਾ ਪੱਤਿਆਂ ਦਾ ਰੰਗ ਗੂੜਾ ਹਰਾ ਹੁੰਦਾ, ਫਸਲ ਭਾਰੀ ਹੁੰਦੀ ਹੈ, ਉਹਦੇ ਨਾਲ ਕੀੜੇ ਮਕੌੜਿਆਂ ਦੇ ਹਮਲੇ ਵੱਧ ਜਾਂਦੇ ਨੇ। ਉਹਨੂੰ ਰੋਕਣ ਲਈ ਫਿਰ ਉਹਦੇ ਉੱਤੇ
ਜ਼ਹਿਰਾਂ ਦੀ ਸਪਰੇਅ ਹੁੰਦੀ ਹੈ। ਸੋ 750 ਕਰੋੜ ਰੁਪਏ ਦਾ ਯੂਰੀਆ ਬਚਣੀ ਹੈ ਔਰ ਅਰਬਾਂ ਰੁਪਈਆਂ ਦੀ ਜਿਹੜੀ ਹੈ ਇਨਸੈਕਟੀਸਾਈਡ ਪੈਸਟੀਸਾਈਡ ਦੀ ਬਚਤ ਹੋਣੀ ਹੈ। ਸੋ ਇਹ ਇੱਕ ਬੜੀ ਵੱਡੀ ਕਹਿ ਲਓ ਇਹੋ ਜਿਹੀ ਵਿਧੀ ਹੈਗੀ ਆ ਜਿਹਦੇ ਨਾਲ ਮਲਟੀ ਡਾਈਮੈਂਸ਼ਨਲ ਬੈਨੀਫਿਟਸ ਨੇ। ਹਵਾ ਦਾ ਪੋਲਿਊਸ਼ਨ, ਪਾਣੀ ਦਾ ਪੋਲਿਊਸ਼ਨ, ਜਿਹੜੇ ਸਾਡੇ ਫੂਡ ਗ੍ਰੇਨਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਜ਼ਹਿਰਾਂ ਆਉਂਦੀਆਂ, ਉਹ ਇੱਕ ਪਿੰਡ ਬੱਸੀਆਂ ਰਾਏਕੋਟ ਦੇ ਕੋਲੇ, ਜੀ ਜੀ ਜੀ, ਉਹਨੂੰ ਅਸੀਂ ਰੋਲ ਮਾਡਲ ਵਿਲੇਜ ਅਡਾਪਟ ਕੀਤਾ। ਮੈਂ ਕਿ ਉਸ ਪਿੰਡ ਨੇ 15 ਲੱਖ ਰੁਪਏ ਦੀ ਯੂਰੀਆ ਇੱਕ ਪਿੰਡ ਨੇ ਘੱਟ ਕਰ ਲਈ ਜੀ, ਔਰ ਕਿਸਾਨ ਨੇ 2-2 ਸਪਰੇਆਂ ਦੀ ਬਚਤ ਕਰ ਲਈ ਹੈ। ਮਤਲਬ ਕਿ 3000 ਰੁਪਏ ਤੱਕ ਦਾ ਉਹਦਾ ਕਿੱਲੇ ਵਿੱਚੋਂ ਉਹਨੇ ਮੁਨਾਫਾ ਵਧਾ ਲਿਆ। ਉਹੀ ਪ੍ਰੋਫਿਟ ਹੁੰਦਾ। ਸੋ ਉਹਦੀ ਵਾਹੀ ਦਾ ਖਰਚਾ ਵਿੱਚੋਂ ਨਿਕਲ ਜਾਂਦਾ। ਬਾਕੀ ਜੋ ਸਾਡਾ ਹਵਾ ਬਚ ਗਈ, ਪਾਣੀ ਦਾ ਪ੍ਰਦੂਸ਼ਣ ਘਟ ਗਿਆ। ਕੋਈ ਯੂਰੀਆ ਪਾਉਨੇ ਆ ਉਹ ਬੇਲੋੜੀ ਘੁਲ ਕੇ ਪਾਣੀ 'ਚ ਜਾਂਦੀ ਹੈ ਜੀ। ਸਾਡੇ ਪੀਣ ਵਾਲੇ ਪਾਣੀ 'ਚ ਜਿਹੜੀ ਨਾਈਟ੍ਰੇਟ ਦੀ ਮਾਤਰਾ ਸੀਗੀ 1960-62 ਦੇ ਵਿੱਚ ਇਹ 0.5 ppm ਸੀਗੀ, 0.5 ਮਿਲੀਗ੍ਰਾਮ ਪਰ ਲੀਟਰ, ਤੇ ਅੱਜ ਇਹ 5 ਨੂੰ ਕ੍ਰਾਸ ਕਰ ਚੁੱਕੀ ਹੈ। ਕਈ ਥਾਵਾਂ ਤੇ 7-8 ਤੱਕ ਵੀ ਪਹੁੰਚੀ ਹੋਈ ਹੈ ਤੇ 10 ਮਿਲੀਗ੍ਰਾਮ ਪਰ ਲੀਟਰ WHO ਦੀ ਜਿਹੜੀ ਪਰਮਿਸਿਬਲ ਲਿਮਿਟ ਹੈ। ਸੋ ਨਾਈਟ੍ਰੇਟ ਇੱਕ ਇਹੋ ਜਿਹਾ ਹੈਗਾ ਤੱਤ, ਜੇ ਪਾਣੀ 'ਚ ਵੱਧਦਾ ਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੈ ਕੇ ਆਉਂਦਾ। ਜੀ ਜੀ ਜੀ। ਫਿਰ ਯੂਰੀਆ ਵੱਧ ਪਾਉਂਦੇ ਆ, ਗੈਸ ਬਣ ਕੇ ਉੱਡਦੀ ਹੈ, ਉਹਦੇ ਨਾਲ ਓਜ਼ੋਨ ਦੀ ਪਰਤ ਨੂੰ ਪੋਲੂਸ਼ਨ ਵੀ ਹੁੰਦਾ। ਬਿਲਕੁਲ। ਸੋ ਇਹਦੇ ਇੰਨੇ ਨੁਕਸਾਨ ਨੇ ਬੇਲੋੜੀ ਯੂਰੀਆ ਪਾਉਣ ਦੇ। ਫਿਰ ਸਰਕਾਰ ਇਹਦੇ ਸਬਸਿਡੀ ਬਹੁਤ ਦਿੰਦੀ ਹੈ, ਉਹਦੇ ਸਰਕਾਰ ਦਾ ਖਰਚਾ ਬਹੁਤ ਲੱਗਦਾ ਹੈ। ਸੋ ਇਹ ਇੱਕ ਇਹੋ ਜਿਹਾ ਕਾਰਗਰ ਯੰਤਰ ਅਸੀਂ ਤਿਆਰ ਕੀਤਾ ਜਿਹਦੀ ਵਰਤੋਂ ਨਾਲ ਕਿਸਾਨ ਇੱਕ ਬਹੁਤ ਹੀ ਸਾਦਾ ਜਾਂ ਸਿੰਪਲ ਢੰਗ ਹੈ, ਸਿਰਫ ਉਹ ਅੱਖ ਦਾ ਰੰਗ ਉਹਦਾ ਠੀਕ ਕਰਨਾ। ਉਹ ਜਿਹੜਾ ਗੂੜਾ ਰੰਗ ਦਿਖਦਾ ਉਹਨੂੰ ਠੀਕ ਰੰਗ ਦੱਸਣਾ। ਅਸੀਂ ਉਹ ਨਿਯਤ ਕਰਤੇ ਨੇ ਰੰਗ ਵੀ ਕਣਕ ਲਈ ਕਿਹੜਾ ਰੰਗ ਹੈ, ਮੱਕੀ ਲਈ ਕਿਹੜਾ ਹੈਗਾ, ਕਪਾਹ ਲਈ ਕਿਹੜਾ ਹੈਗਾ, ਬੇਬੀ ਕਾਰਨ ਲਈ ਕਿਹੜਾ ਹੈ, ਬਾਸਮਤੀ ਲਈ ਕਿਹੜਾ। ਉਹ ਅਸੀਂ ਇਹ ਸਾਡੀ ਸਾਰਿਆਂ ਦੀ ਆਪੋ ਆਪਣੀ ਮਕਦਾਰ ਹੋ ਗਈ। ਹਾਂ, ਉਹ ਅਸੀਂ ਇਹ ਸਾਡਾ ਮੇਨ ਕੰਮ ਜਿਹੜਾ ਅਸੀਂ ਇਹ ਕੀਤਾ ਇਹਦੇ ਵਿੱਚ, ਤਾਂ ਕਿ ਬੇਲੋੜੀ ਯੂਰੀਆ ਦੀ ਵਰਤੋਂ ਜਿਹੜੀ ਹੈ ਸਾਡੀ ਘਟੇ। ਸੋ ਇਹ ਮੇਰੀ ਲੈਬੋਰਟਰੀ ਜਿਹੜਾ ਅਸੀਂ ਕੰਮ ਕਰਦੇ ਮੈਂ ਜਿਵੇਂ ਕਿ ਪਹਿਲਾਂ ਵੀ ਇੰਟਰੋਡਕਸ਼ਨ ਦਿੱਤੀ ਸੀ, ਜਿਹੜੇ ਸਾਇੰਟਿਸਟ ਹੁੰਦੇ ਆ ਉਹ ਜਿੱਥੇ ਕਾਢਾਂ ਜਿਹੜੀਆਂ ਕੱਢਦੇ ਨਾ ਉਹਦੇ ਨਾਲ ਕਿਸਾਨਾਂ ਨੂੰ ਨੈਚੁਰਲੀ ਫਾਇਦਾ ਹੁੰਦਾ ਤੇ ਉਹਨਾਂ ਨੂੰ ਇਕਨੋਮਿਕਲੀ ਵੀ ਫਾਇਦਾ ਪਹੁੰਚਦਾ। ਜੇ ਉਹਨਾਂ ਦੀ ਫਸਲ ਚੰਗੀ ਹੋਊਗੀ ਤੇ ਉਹਨਾਂ ਨੂੰ ਜਿਹੜਾ ਕੁਦਰਤੀ ਗੱਲ ਆ ਕਿ ਮੁਨਾਫਾ ਵੀ ਉਹ ਵਾਧਾ ਹੋਊਗਾ। ਬਹੁਤ ਵਧੀਆ ਤੁਸੀਂ ਕੰਮ ਕੀਤਾ। ਯੂਰੀਆ ਦਾ ਸਬਸਟੀਟਿਊਟ ਵੀ ਕੋਈ ਹੁੰਦਾ ਕਿ ਇਸ ਤਰ੍ਹਾਂ ਹੀ ਤੁਸੀਂ ਉਹਨੂੰ? ਦੇਖੋ, ਯੂਰੀਆ ਦਾ ਸਬਸਟੀਟਿਊਟ ਕੋਈ ਅਜੇ ਤੱਕ ਨਹੀਂ, ਕਿਉਂਕਿ ਯੂਰੀਆ ਨਾਈਟ੍ਰੋਜਨ ਦੀ ਸਭ ਤੋਂ ਸਸਤੀ ਖਾਦ ਹੈ। ਇਹ ਹਵਾ 'ਚੋਂ ਭਰਦੇ ਆ ਆਪਾਂ ਇਹਨੂੰ ਬਣਾਉਣ ਲਈ ਆਪਾਂ ਕੋਈ ਕੈਮੀਕਲ ਨਹੀਂ ਯੂਜ਼ ਕਰਦੇ। ਇਹ ਅਸੀਂ ਜਿਹੜਾ ਹੈਬਰ-ਬੌਸ ਪ੍ਰੋਸੈਸ ਹੈ ਉਹਦੇ ਨਾਲ ਬੜੀ ਬਣਦੀ ਹੈ ਤੇ ਹਵਾ ਵਿੱਚੋਂ ਅਸੀਂ ਜਿਹੜੀ ਨਾਨ ਰਿਐਕਟਿਵ ਨਾਈਟ੍ਰੋਜਨ ਹੈ ਉਹਨੂੰ ਰਿਐਕਟਿਵ ਨਾਈਟ੍ਰੋਜਨ ਕਨਵਰਟ ਕਰਕੇ ਉਹਦਾ ਅਸੀਂ ਯੂਰੀਆ ਤਿਆਰ ਕਰਦੇ। ਮੈਂ ਇਹਦੇ 'ਚ ਇੱਕ ਕੁਐਸਚਨ ਉੱਪਰ ਕੇ ਸਾਹਮਣੇ ਹੁੰਦਾ ਵੀ ਜੇ PAU ਜਾਂ ਖੇਤੀਬਾੜੀ ਡਿਪਾਰਟਮੈਂਟ ਜਿਹੜੇ ਆ ਉਹ ਯੂਰੀਆ ਨੂੰ ਵਰਤਣ ਤੋਂ ਰੋਕਦੇ ਆ ਕਿ ਉਹ ਟੋਟਲੀ ਰੋਕਦੇ ਆ ਕਿ ਉਹਦੀ ਮਕਦਾਰ ਘੱਟ ਕਰਨ ਨੂੰ ਕਹਿੰਦੇ ਆ? ਦੇਖੋ ਜੀ, ਜਿਹੜੀ ਇੱਕ ਵੱਖ-ਵੱਖ ਵਿਧੀਆਂ ਨੇ ਜੀ। ਆਪਾਂ ਉਹ 'ਚ ਨੇਚਰਲ ਫਾਰਮਿੰਗ ਵੀ ਕਰਦੇ ਹਾਂ, ਆਰਗੈਨਿਕ ਫਾਰਮਿੰਗ ਵੀ ਕਰਦੇ ਹਾਂ। ਇੰਟੈਗਰੇਟਡ ਨਿਊਟ੍ਰੀਐਂਟ ਮੈਨੇਜਮੈਂਟ ਦਾ ਬਹੁਤ ਵੱਡਾ ਸਕੋਪ ਹੈ ਕਿ ਲੋੜ ਮੁਤਾਬਕ ਤੱਤਾਂ ਦੀ ਵਰਤੋਂ ਜੇ ਕੀਤੀ ਜਾਵੇ ਫਿਰ ਉਹ ਨੁਕਸਾਨ ਨਹੀਂ ਕਰਦੇ। ਇੱਕ ਮਿੱਥ ਵੀ ਬਣਿਆ ਹੋਇਆ ਕਿ ਬਿਲਕੁਲ ਨਹੀਂ ਪਾਉਣੀ, ਪਰ ਵਿਗਿਆਨੀਆਂ ਦੀ ਰਾਏ ਹੈਗੀ ਹੈ ਵੀ ਜੇ ਤੁਸੀਂ ਕਿਸੇ ਵੀ ਚੀਜ਼ ਨੂੰ ਲੋੜ ਮੁਤਾਬਕ ਵਰਤਦੇ ਹੋ ਤਾਂ ਉਹਦੇ ਨੁਕਸਾਨ ਨਹੀਂ ਹੁੰਦੇ, ਪਰ ਜਦੋਂ ਅਸੀਂ ਉਹਨੂੰ ਬੇਲੋੜਾ ਬੇਹੁਦਰਾ ਵਰਤਦੇ ਹਾਂ ਫਿਰ ਤਾਂ ਹਰ ਚੀਜ਼, ਰੋਟੀ ਵੀ ਲੋੜ ਤੋਂ ਵੱਧ ਖਾਂਦੇ ਹਾਂ ਤੇ ਉਹ ਵੀ ਨੁਕਸਾਨ ਕਰਦੀ ਹੈ। ਸੋ ਡਾਕਟਰ ਸਾਹਿਬ, ਤੁਸੀਂ ਇਹ ਜਿਹੜਾ ਗੌਰਮੈਂਟ ਦਾ ਹਿੰਦੁਸਤਾਨ ਦੀ ਗੌਰਮੈਂਟ ਵੱਲੋਂ ਤੁਹਾਨੂੰ ਗੋਲਡ ਮੈਡਲ ਦਿੱਤਾ ਜਾ ਰਿਹਾ ਸੀ, ਤੁਸੀਂ ਜਦੋਂ ਸਟੇਜ ਤੇ ਸੀ ਤੁਸੀਂ ਪਹਿਲਾਂ ਇਹ ਮਿੱਥਿਆ ਹੋਇਆ ਸੀਗਾ ਕਿ ਮੈਂ ਇਹ ਗੋਲਡ ਮੈਡਲ ਨਹੀਂ ਲੈਣਾ, ਕਿ ਤੁਸੀਂ ਸਟੇਜ ਤੇ ਜਾ ਕੇ ਭਾਵਕ ਹੋ ਗਏ ਸੀ? ਨਹੀਂ, ਦੇਖੋ ਜੀ, ਨਾ ਤਾਂ ਮੈਂ ਮਿੱਥਿਆ ਹੋਇਆ ਸੀ ਤੇ ਨਾ ਹੀ ਮੈਂ ਭਾਵੁਕ ਹੋਇਆ ਸੀ ਜੀ। ਇਹ ਬੜਾ ਹੋਸ਼ ਨਾਲ ਔਰ ਸਿਆਣਪ ਨਾਲ ਸਮਝ ਨਾਲ ਮੈਂ ਇਹਨੂੰ ਫੈਸਲਾ ਲਿਆ ਸੀ। ਇਹਦੇ ਵਿੱਚ ਨਾ ਤਾਂ ਭਾਵੁਕਤਾ ਵਾਲੀ ਕੋਈ ਗੱਲ ਸੀਗੀ ਔਰ ਨਾ ਹੀ ਇਹ ਕੋਈ ਮੇਰਾ ਮਿੱਥਿਆ ਹੋਇਆ ਸੀ, ਮੈਨੂੰ ਕਿਸੇ ਨੇ ਪ੍ਰੇਰਿਆ ਸੀ ਜੇ ਮੈਂ ਘਰੋਂ ਕੋਈ ਇੱਦਾਂ ਦਾ ਮਨ ਬਣਾ ਕੇ ਗਿਆ ਸੀ। ਹਾਂ, ਇਹ ਜ਼ਰੂਰ ਹੈ ਵੀ ਜਦੋਂ ਮੈਂ ਘਰੋਂ ਤੁਰਨ ਲੱਗਿਆ 6 ਦਸੰਬਰ ਦੀ ਰਾਤ ਨੂੰ ਮੈਂ ਘਰੋਂ ਤੁਰਿਆ ਤੇ ਮੇਰੇ ਮਾਤਾ ਜੀ ਮੈਨੂੰ ਕਹਿਣ ਲੱਗੇ ਵੀ ਬੇਟਾ ਤੂੰ ਕੱਲ੍ਹ ਨੂੰ ਸਨਮਾਨ ਲੈਣ ਜਾਣਾ ਹੈ। ਤੇ ਉਹ 7 ਨੂੰ ਸਾਰੇ ਵਿਦਵਾਨਾਂ ਨੇ ਕਾਲ ਦਿੱਤੀ ਹੋਈ ਸੀ ਕਿ ਉਹਨਾਂ ਨੇ ਮੋੜਨੀ ਸੀਗੀ। ਓਕੇ। ਉਹ ਮੈਨੂੰ ਮਦਰ ਕਹਿਣ ਲੱਗੇ ਵੀ ਇਹ ਲੋਕ ਬੇਟਾ ਕਿਹੋ ਜਿਹੀ ਵਿਡੰਬਣਾ, ਤੂੰ ਲੈਣ ਜਾ ਰਿਹਾ ਹੈ ਤੇ ਉਹ ਬਾਕੀ ਮੋੜ ਰਹੇ। ਉਹ ਗੱਲ ਮੇਰੇ ਜ਼ਿਹਨ ਦੇ ਵਿੱਚ ਆਪਣਾ ਥਾਂ ਕਰ ਗਈ ਸੀ, ਪਰ ਮੈਨੂੰ ਨਾ ਤਾਂ ਮੈਂ ਘਰੋਂ ਕੋਈ ਵਿਉਂਤਬੰਦੀ ਵੀ ਸੀਗਾ ਕਿ ਮੈਂ ਇਹਨੂੰ ਜਾ ਕੇ ਮੋੜਨਾ, ਪਰ ਮੈਨੂੰ ਇਹ ਨਹੀਂ ਸੀ ਸਮਝ ਆ ਰਹੀ ਕਿ ਮੈਂ ਕਰਨਾ ਕੀ ਹੈ। ਉਹ ਤਾਂ ਫਿਰ ਜਦੋਂ ਮੈਂ ਉੱਥੋਂ ਦਿੱਲੀ 에ਅਰਪੋਰਟ ਤੋਂ ਮੈਂ ਮੈਟਰੋ ਸਟੇਸ਼ਨ ਵੱਲ ਨੂੰ ਤੁਰਿਆ ਜਾ ਰਿਹਾ ਸੀਗਾ ਤੇ ਉਹ ਤੁਸੀਂ ਅੱਗੇ ਵੀ ਮੀਡੀਆ 'ਚ ਮੇਰੀ ਗੱਲ ਸੁਣੀ ਹੈ, ਉੱਥੇ ਇੱਕ ਆਟੋ ਵਾਲਾ ਮੈਨੂੰ ਟੱਕਰਿਆ ਤੇ ਉਹਨੇ ਮੇਰੇ ਕਹਿ ਲਓ ਮੈਨੂੰ ਇੱਕ ਦਿਸ਼ਾ ਦਿੱਤੀ ਉਹਨੇ ਜੀ। ਉਹ ਵਾਰਤਾ ਐਂ ਵਰਤੀ ਕਿ ਮੈਂ ਜਦੋਂ 에ਅਰਪੋਰਟ ਤੋਂ ਮੈਟਰੋ ਸਟੇਸ਼ਨ ਨੂੰ ਤੁਰਿਆ ਜਾ ਰਿਹਾ ਨਾ, ਇੱਕ ਮੇਰੇ ਮੂਹਰੇ ਆਟੋ ਵਾਲਾ ਆ ਕੇ ਉਹਨੇ ਆਟੋ ਲਾਤਾ ਤੇ ਉਹ ਹੁਣ ਤੁਸੀਂ ਦੇਖੋਗੇ ਉਹ ਟਰਮੀਨਲ 3 ਤੋਂ ਜਿਹੜਾ ਮੈਟਰੋ ਸਟੇਸ਼ਨ ਆ ਉਹ ਮਤਲਬ ਕਿ 10 ਫਰਲਾਂਗ ਹੋਣਾ ਬੰਦਾ ਤੁਰ ਕੇ ਚਲਿਆ। ਜੀ ਜੀ। ਮੈਂ ਉਹਨੂੰ ਕਿਹਾ ਮੈਂ ਉਹ ਜਾਣਾ ਸਾਹਮਣੇ ਸਟੇਸ਼ਨ ਨਹੀਂ, ਕਹਿੰਦਾ
ਸਰਦਾਰ ਜੀ ਗਾੜੀ ਮੈਂ ਚਰਨ ਤੋਂ ਡਾਲ ਦੂੰ। ਅੱਛਾ ਮੈਂ ਉਹਦੀ ਗੱਲ ਸੁਣ ਕੇ, ਮੈਨੂੰ ਕੋਈ ਸਵੇਰ ਦਾ ਵਕਤ ਸੀ, ਕੋਈ ਮੇਰੇ ਖਿਆਲ 8 ਵਜੇ 7:30 8 ਦਾ ਟਾਈਮ ਹੋਣਾ ਜੀ ਜੀ। ਤੇ ਮੈਨੂੰ ਲੱਗਿਆ ਵੀ ਸਵੇਰੇ ਉਹ ਹੁੰਦਾ ਵੀ ਗਰੀਬ ਆਦਮੀ ਚਲੋ ਬੋਹਣੀ ਹੋ ਜਾਵੇ, ਤਾਂ ਕਹਿੰਦਾ ਹੋਣਾ ਕਿਤੇ। ਤੇ ਮੈਂ ਫਿਰ ਉਸ ਭਾਵਨਾ ਨਾਲ ਨਾ ਮੈਂ ਕਿਹਾ ਚਲੋ ਬੰਦਾ ਕਹਿੰਦਾ ਗਰੀਬ ਆਦਮੀ ਬਹਿ ਜਾਈਏ। ਤੇ ਮੈਂ ਬਹਿਣ ਲੱਗਿਆ ਨਾ, ਉਹਨੂੰ ਇੱਕ ਸਵਾਲ ਕਰ ਲਿਆ। ਮੈਂ ਕਿਹਾ ਵੀ ਕਿੰਨੇ ਪੈਸੇ ਲੈਂਗੇ, ਜਿਵੇਂ ਆਪਾਂ ਆਮ ਸੁਭਾਵਿਕ ਜੀ ਗੱਲ ਕਰ ਦਿੰਦੇ ਆ ਵੀ ਆਟੋ 'ਚ ਰਿਕਸ਼ੇ 'ਚ ਬਹਿਣ ਲੱਗਿਆ ਵੀ ਭਾਈ ਕਿੰਨੇ ਪੈਸੇ ਲੈਂਗਾ। ਉਹ ਜਦੋਂ ਮੈਂ ਇੰਨੀ ਗੱਲ ਕਹਿਤੀ ਨਾ ਜੀ, ਉਹ ਬੰਦਾ ਉਹ ਭਾਵੁਕ ਹੋ ਗਿਆ। ਕਹਿੰਦਾ सरदार जी लेने का नहीं देने का है। ਆਏ ਹਾਏ। आप गाड़ी में पैर तो डाल दो, आपसे क्या लेने का। ਤੇ ਮੈਂ ਬੜਾ ਹੈਰਾਨ, ਮੈਂ ਕਿਹਾ ਵੀ ਇਹ ਕਿਹੜੀ ਗੱਲਬਾਤ ਬਣੀ। ਫਿਰ ਉਹ ਇੰਨੀ ਗੱਲ ਹੋਈ ਜੀ, ਉਹ ਫਿਰ ਨਾ ਕਹਿ ਲੋ ਰੋਣਾ ਹੀ ਰੋਣ ਲੱਗ ਗਿਆ। ਕਹਿੰਦਾ सरदार जी आप दिल्ली के बॉर्डर पे बैठे हो ना पगड़ी वाले, हमारी जान में जान है। ਫਿਰ ਉਹ ਸ਼ੁਰੂ ਹੋ ਗਿਆ ਮੋਦੀ ਸਰਕਾਰ ਦੇ ਗਾਲਾਂ ਕੱਢਣ, ਪਤਾ ਨਹੀਂ ਉਹਨੂੰ ਕੀ ਦੁੱਖ ਹੋਣਾ। ਪਰ ਮੈਨੂੰ ਇਹ ਮਹਿਸੂਸ ਹੋਇਆ ਵੀ ਉਹ ਅੰਦਰੋਂ ਬਹੁਤ ਨਾ, ਮਤਲਬ ਕਿ ਸਰਕਾਰ ਤੋਂ ਪਤਾ ਨਹੀਂ ਉਹਦੇ ਨਾਲ ਕੀ ਵਿਤਕਰਾ ਹੋਇਆ। ਉਹ ਬਹੁਤ, ਮੈਨੂੰ ਉਹ ਗਰੀਬ ਆਦਮੀ ਬਹੁਤ ਦੁਖੀ ਮਹਿਸੂਸ ਹੋਇਆ। ਉਹ ਫਿਰ ਆਟੋ ਲੈ ਕੇ ਲੈ ਤੁਰਿਆ ਤੇ ਨਾਲ ਹੀ ਸਟੇਸ਼ਨ ਆ ਗਿਆ। ਪਰ ਉਹ 1-2 ਮਿੰਟ ਦਾ ਰਸਤਾ ਸੀ, ਪਰ ਉਹਨੇ ਉਹ ਰਸਤੇ 'ਚ ਉਹਨੇ ਸਰਕਾਰ ਨੂੰ ਇੰਨਾ ਮੰਦਾ ਬੁਰਾ ਬੋਲਿਆ। ਤੇ ਮੈਨੂੰ ਇੰਨਾ ਮਹਿਸੂਸ ਹੋਇਆ ਵੀ ਯਾਰ ਸਾਡੇ ਦੇਸ਼ ਦਾ ਇੰਨਾ ਗਰੀਬ ਜਿਹੜਾ ਆ ਇਹ ਵੀ ਦੁਖੀ ਹੈ। ਇਹਦਾ ਮਤਲਬ ਹੈ ਵੀ ਇਹ ਸਰਕਾਰ ਦੇ ਜਿਹੜੇ ਬੋਲੇ ਕੰਨ ਨੇ ਇਹਨੂੰ ਖੋਲਣ ਲਈ ਮਤਲਬ ਕਿ ਸਾਨੂੰ ਆਪਣੀ ਭੂਮਿਕਾ ਵਿਦਵਾਨ। ਬਿਲਕੁਲ ਡਾਕਟਰ ਸਾਹਿਬ, ਇਹ ਜਿਹੜੀ ਮੂਵਮੈਂਟ ਸੀ ਨਾ, ਜਿਹੜੀ ਇਹ ਇਕੱਲੀ ਕਿਸਾਨਾਂ ਦੀ ਨਹੀਂ ਸੀ, ਇਹ ਕਿਰਤੀਆਂ ਦੀ ਵੀ ਸੀ, ਇਹ ਆਮ ਪਬਲਿਕ ਦੀ ਵੀ ਸੀ। ਬਿਲਕੁਲ। ਜਿੰਨੀ ਏਕਤਾ, ਜਿੰਨੀ ਡਿਸਪਲਿਨ ਜਿਹੜਾ ਇਹਨਾਂ ਨੇ ਦਿਖਾਇਆ, ਉਹ ਮੇਰਾ ਖਿਆਲ ਅੱਜ ਤੱਕ ਇਤਿਹਾਸ ਹੀ ਬਣ ਗਿਆ। ਆਜ਼ਾਦੀ ਤੋਂ ਬਾਅਦ ਜੇ ਕੋਈ ਅੰਦੋਲਨ ਚੱਲਿਆ ਤੇ ਇਹ ਸਭ ਤੋਂ ਵੱਡਾ ਇਤਿਹਾਸ ਸੀ। ਪਹਿਲਾਂ ਤਾਂ ਚਲੋ ਪਹਿਲਾਂ ਵੀ ਲੱਗਦੇ ਰਹੇ ਆਜ਼ਾਦੀ ਲੈਣ ਲਈ, ਪਰ ਇਹ ਵੀ ਇੱਕ ਤਰ੍ਹਾਂ ਦੀ ਆਜ਼ਾਦੀ ਸੀ। ਇੱਕ ਤਰ੍ਹਾਂ ਨਾਲ ਡੈਮੋਕ੍ਰੇਸੀ ਜਿਹੜੀ ਸੀ ਉਹ ਮਰ ਚੁੱਕੀ ਸੀ ਹਿੰਦੁਸਤਾਨ ਦੀ। ਲੋਕਤੰਤਰ ਜਿਹੜਾ ਉਹ ਮਰ ਚੁੱਕਿਆ ਸੀ। ਆਮ ਪਬਲਿਕ ਜਿਹੜੀ ਉਹਦੀ ਆਵਾਜ਼ ਨਹੀਂ ਸੀ ਸੁਣੀ ਜਾਂਦੀ। ਹੁਣ ਗੌਰਮੈਂਟ ਨੂੰ ਵੀ ਕੰਨ ਹੋ ਗਏ ਆ ਵੀ ਜੇ ਅਸੀਂ ਇਹਨਾਂ ਦੀਆਂ ਮੰਗਾਂ ਨਾ ਮੰਨੀਆਂ, ਇਹ ਪਤਾ ਨਹੀਂ ਕਦੋਂ ਇਹ ਆਪਣੀ ਮੂਵਮੈਂਟ ਸ਼ੁਰੂ ਕਰ ਦੇਣ। ਬਿਲਕੁਲ, ਲੋਕਤੰਤਰ 'ਚ ਬਲ ਪ੍ਰਾਪਤ ਹੋਇਆ ਇਹਦੇ ਨਾਲ। ਸੋ ਜੀ ਇੱਦਾਂ ਘਟਨਾ ਜਦੋਂ ਮੈਨੂੰ ਉੱਥੇ ਵਾਪਰੀ ਤਾਂ ਮੈਨੂੰ ਉੱਥੋਂ ਮਹਿਸੂਸ ਹੋਇਆ ਵੀ ਇਹ ਗੱਲ ਕਰਨੀ ਚਾਹੀਦੀ ਹੈ। ਬਟ ਉਦੋਂ ਵੀ ਮੈਨੂੰ ਪਤਾ ਨਹੀਂ ਸੀ ਮੈਂ ਕਰਨਾ ਕੀ ਹੈ। ਜੀ ਜੀ। ਮੈਂ ਉਸ ਤੋਂ ਬਾਅਦ ਮੈਂ ਬੰਗਲਾ ਸਾਹਿਬ ਚਲਾ ਗਿਆ ਤੇ ਬੰਗਲਾ ਸਾਹਿਬ ਮੈਂ ਰਸਤੇ ਜਾਂਦਿਆਂ ਹੀ, ਯਾਨੀ ਹੁਣ ਬੰਗਲਾ ਸਾਹਿਬ ਪਹੁੰਚਣ ਤੱਕ ਮੈਂ ਮਨ ਬਣਾ ਲਿਆ ਸੀ ਕਿ ਮੈਂ ਅਵਾਰਡ ਨਹੀਂ ਲੈਣਾ। ਓਕੇ। ਪਰ ਮੈਨੂੰ ਅਜੇ ਇਹ ਵੀ ਨਹੀਂ ਸੀ ਮਨ ਬਣਿਆ ਕਿ ਮੈਂ ਉੱਥੇ ਜਾ ਕੇ ਨਹੀਂ ਲੈਣਾ। ਓਕੇ। ਫਿਰ ਮੈਂ ਜਦੋਂ ਗੁਰੂ ਸਾਹਿਬ ਨੂੰ ਅਰਦਾਸ ਕੀਤੀ ਬੰਗਲਾ ਸਾਹਿਬ ਜਾ ਕੇ, ਮੇਰੇ ਮਨ 'ਚ ਨਾ 2 ਪ੍ਰਪੋਜ਼ਲ ਆ ਰਹੇ ਸੀਗੇ। ਜਿਹੜੇ ਬੰਦਾ ਜਿਵੇਂ ਆਪਣੇ ਮਨ ਦੇ ਫੁਰਨੇ ਹੁੰਦੇ ਆ ਨਾ, ਮੈਂ ਉਹ ਬੰਗਲਾ ਸਾਹਿਬ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਵੀ ਹੁਣ ਮੇਰਾ ਮਨ ਤਾਂ ਨਹੀਂ ਬਣਦਾ ਲੈਣ ਨੂੰ। ਮੈਂ ਇੰਜ ਕਰਦਾ ਵੀ ਇੱਥੋਂ ਇੱਕ ਈਮੇਲ ਲਿਖ ਕੇ ਮੈਂ ਕਹਿ ਦਿੰਦਾ ਕਿ ਮੈਂ ਲੈਣ ਨਹੀਂ ਆ ਰਿਹਾ। ਉਹਦੀ ਵੈਲਿਊ ਨਹੀਂ ਸੀ ਬਣਨੀ ਹੈ ਨਹੀਂ। ਫਿਰ ਮੇਰੇ ਮਨ ਜੋ ਤੁਸੀਂ ਸਟੇਜ ਤੇ ਜਾ ਕੇ ਹੋਇਆ ਨਾ, ਉਹ ਵਰਲਡ ਵਾਈਡ ਇਫੈਕਟ ਹੋਇਆ। ਤੁਹਾਡਾ ਸਵਾਲ ਸੀ ਨਾ ਵੀ ਮਨ ਕਿਵੇਂ ਬਣਿਆ। ਮੈਂ ਤੁਹਾਨੂੰ ਉੱਥੇ ਤੱਕ ਗੱਲ ਨੂੰ ਲਿਜਾ ਰਿਹਾ ਵੀ ਮੈਂ ਮਨ ਵਿੱਚ ਇੱਕ ਤਾਂ ਸੰਕਲਪ ਇਹ ਆ ਰਿਹਾ ਸੀ ਕਿ ਮੈਂ ਇੱਥੋਂ ਈਮੇਲ ਲਿਖ ਦਵਾਂ। ਫਿਰ ਬਾਬਰੋਲੇ ਖਾਂਦਾ ਸੀ ਮਨ। ਹਾਂ, ਮਨ ਬਾਬਰੋਲੇ ਕੀ ਕਰਾਂ, ਕਿਉਂਕਿ ਮੇਰੀ ਕਿਹੜਾ ਮੈਨੂੰ ਕਿਸੇ ਨੇ ਪ੍ਰੇਰਣਾ ਦੇ ਕੇ ਤੋਰਿਆ ਸੀ ਜਾਂ ਮੈਂ ਕੋਈ ਮੋਟੀਵੇਟਡ ਸੀਗਾ। ਰਾਈਟ। ਤੇ ਸੈਕੰਡ ਮੇਰੇ ਮਨ 'ਚ ਓਪੀਨੀਅਨ ਆਈ ਕਿ ਮਨਾ ਨਹੀਂ, ਉੱਥੇ ਜਾ ਤੇ ਜਾ ਕੇ ਤੂੰ ਲੱਖ ਰੁਪਈਆ ਲੈਣੀ ਤੇ ਜਾਂਦਾ ਆ ਟਿੱਕਰੀ ਬੋਰਡ ਦੇ ਲੰਗਰ 'ਚ ਪਾ ਜੀ ਚੱਲ ਕਿਸਾਨਾਂ ਦੇ। ਇਹ ਵੀ ਮਨ 'ਚ ਦੂਆ ਫੁਰਨਾ ਵੀ ਆਇਆ ਵੀ ਚੱਲਿਆ ਜਾ ਤੇ ਲਿਆ ਗੋਲਡ ਮੈਡਲ ਘਰ ਲੈ ਜੀ ਤੇ ਕੈਸ਼ ਉੱਥੇ ਲੰਗਰ 'ਚ ਪਾ ਜੀ। ਜਦੋਂ ਮੈਂ ਜਾ ਕੇ ਅਰਦਾਸ ਕੀਤੀ ਤੇ ਅੱਗੇ ਹੁਕਮ ਆ ਰਿਹਾ ਸੀਗਾ, ਗੁਰੂ ਸਾਹਿਬ ਬੋਲ ਰਹੇ ਸੀ ਪੁਕਾਰ ਕੇ, ਕੀਰਤਨ ਹੋ ਰਿਹਾ। ਅੱਛਾ। ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਬੇਲਾ, ਹੈ ਨਾ, ਸੱਚ ਕੀ ਬਾਣੀ ਨਾਨਕ ਆਖੇ, ਸੱਚ ਸੁਣਾਈ ਸੱਚ ਕੀ ਬੇਲਾ। ਉੱਥੋਂ ਮੈਨੂੰ ਦਿਸ਼ਾ ਇਹ ਮਿਲੀ ਵੀ ਗੁਰੂ ਸਾਹਿਬ ਜਿਵੇਂ ਇਹ ਕਹਿ ਰਹੇ ਨੇ ਵੀ ਨਾ ਤਾਂ ਤੂੰ ਲੱਖ ਰੁਪਈਆ ਲੈ ਕੇ ਲੰਗਰ 'ਚ ਪਾਉਣਾ ਹੈ, ਨਾ ਹੀ ਤੂੰ ਇੱਥੋਂ ਈਮੇਲ ਲਿਖਣੀ ਹੈ, ਤੂੰ ਉੱਥੇ ਸਟੇਜ 'ਤੇ ਜਾ ਕੇ ਹੁਣ ਉਹ ਸੱਚ ਸੁਣਾਉਣਾ ਹੈ। ਯਾਨੀ ਉਹ ਗੁਰਬਾਣੀ ਦੇ ਉਸ ਕੀਰਤਨ ਨੇ ਮੈਨੂੰ ਡਾਇਰੈਕਸ਼ਨ ਦਿੱਤੀ ਵੀ ਹੁਕਮ ਤਾਂ ਇਹ ਹੈਗਾ ਵੀ ਤੂੰ ਉੱਥੇ ਜਾ ਕੇ ਗੱਲ ਕਰ ਜੀ। ਹੁਣ ਗੱਲ ਕਿਹੜਾ ਕਰੇ, ਮਤਲਬ ਕਿ ਦਿਸ ਵਾਸ ਨੋਟ ਸੋ ਸਿੰਪਲ। ਕਿਉਂਕਿ ਇਹ ਤਾਂ ਹੁੰਦਾ ਨਾ ਬੰਦਾ ਕੋਈ ਪੋਲੀਟੀਕਲ ਹੈ, ਉਹਦੀ ਕੋਈ ਬੈਕਗਰਾਉਂਡ ਹੈ, ਉਹਨੂੰ ਕਿਸੇ ਨੇ ਮੋਟੀਵੇਟ ਕੀਤਾ, 10 ਬੰਦੇ ਮਗਰ ਖੜੇ ਨੇ, ਬੰਦਾ ਉਸ ਢੰਗ ਨਾਲ ਸੋਚਦਾ। ਬਟ ਮੇਰੀ ਤਾਂ ਇਦਾਂ ਦੀ ਲਾਈਫ ਕਦੀ ਕਿਸੇ ਨਾਲ ਪੋਲੀਟੀਕਲ ਬੰਦੇ ਨਾਲ ਜਾਂ ਸਿਰ ਢੜਨਾ ਹੈ ਹੀ ਨਹੀਂ ਸੀ। ਮੈਨੂੰ ਤਾਂ ਅੰਦਰੋਂ ਮੇਰੀ ਜ਼ਮੀਨ। ਮੈਂ ਤੁਹਾਡੀ ਇੱਕ ਹੁਣ ਗੱਲ ਕੱਟਦਾ, ਬੜੀ ਇੰਟਰਸਟਿੰਗ ਗੱਲ ਤੁਸੀਂ ਸੁਣਾ ਰਹੇ ਹੋ। ਤੁਹਾਡੀ ਮੈਂ ਬੈਕਗਰਾਉਂਡ ਚੈੱਕ ਕੀਤੀ ਹੈ, ਤੁਸੀਂ ਤਾਂ ਕਦੇ ਲਾਈਮਲਾਈਟ 'ਚ ਹੈਗੇ ਹੀ ਨਹੀਂ ਸੀ ਕਦੇ ਵੀ। ਨਹੀਂ ਜੀ, ਮੈਂ ਤਾਂ ਆਪਣੇ ਤੁਸੀਂ ਉਸ ਜਿਹੜਾ ਉਦੋਂ ਜਿਹੜੀ ਹੋਈ ਆ ਇਨਸੀਡੈਂਟ ਹੋਇਆ, ਉਸ ਤੋਂ ਬਾਅਦ ਵਰਲਡ ਵਾਈਡ ਹੀ ਤੁਸੀਂ ਇੱਕ ਤਰ੍ਹਾਂ ਦੇ ਹੀਰੋ ਬਣ ਕੇ ਕਹਿ ਸਕਦੇ ਹੋ। ਨਹੀਂ ਚਲੋ ਹੀਰੋ ਤਾਂ ਕਾਹਦਾ, ਆਪਣਾ ਫਰਜ਼ ਨਿਭਾਇਆ। ਦੇਖੋ ਮੇਰੀ ਤਾਂ ਪਹੁੰਚ ਮੇਰੇ ਖੇਤ ਤੇ ਮੇਰੀ ਲੈਬੋਰਟਰੀ ਜੀ। ਅੱਛਾ, ਆਪਾਂ ਕੈਰੀਅਨ ਕਰੀਏ ਜੀ ਉੱਥੇ ਗੱਲ। ਹਾਂ, ਸੋ ਉੱਥੇ ਫਿਰ ਜਾਣੀ ਜਦੋਂ ਮੈਂ ਉਹ ਗੱਲ ਮਨ ਵਿੱਚੋਂ ਗੁਰੂ ਸਾਹਿਬ ਨੇ ਆਦੇਸ਼ ਦਿੱਤਾ
ਕਿ ਬਈ ਤੂੰ ਜਾ ਕੇ ਹੁਣ ਸਟੇਜ ਤੇ ਗੱਲ ਕਰਨਾ। ਮੈਨੂੰ ਇਹ ਸਮਝ ਲੱਗ ਗਈ ਗੁਰਬਾਣੀ ਤੋਂ, ਕਿਉਂਕਿ ਮੈਂ ਗੁਰਬਾਣੀ ਨੂੰ ਕਦੀ ਇਦਾਂ ਨਹੀਂ ਪੜ੍ਹਿਆ ਕਿ ਇਹ ਮੰਤਰ ਨੇ, ਇਹਨੂੰ ਲੈ ਕੇ ਵੀ ਅਸੀਂ ਆਪਣੇ ਸੁੱਖ ਸਾਧਨ ਲੈਣੇ ਨੇ। ਮੈਂ ਯਤਨ ਕੀਤਾ ਵੀ ਗੁਰਬਾਣੀ ਜੋ ਕਹਿੰਦੀ ਹੈ ਨਾ ਉਹਨੂੰ ਆਪਣੇ ਜੀਵਨ 'ਚ ਅਪਲਾਈ ਕਰਕੇ ਉਹਦਾ ਆਨੰਦ ਮਾਣਨਾ। ਤੇ ਮੈਨੂੰ ਉੱਥੋਂ ਉਦੇਸ਼ ਐਂ ਲੱਗਿਆ ਵੀ ਹੁਣ ਸਰਕਾਰ ਨੂੰ ਜਾ ਕੇ ਕਹਿਣਾ ਚਾਹੀਦਾ ਹੈ, ਪਰ ਮੇਰੇ ਵਾਸਤੇ ਉਹ ਬੜਾ ਮੁਸ਼ਕਲ ਸੀ ਕਿ ਮੈਂ ਕਿਵੇਂ ਕਰਾਂ ਡਿਸਾਈਡ। ਮੈਂ ਜੀ ਫਿਰ ਅਰਦਾਸ ਕਰਕੇ ਸਰੋਵਰ 'ਚ ਗਿਆ, ਅੱਖਾਂ ਤੇ ਜਲ ਦੇ ਛਿੱਟੇ ਮਾਰੇ, ਸੰਗਤ ਦੇ ਜੋੜਿਆਂ ਹੀ ਧੂੜ ਚੱਕ ਕੇ ਆਪਣੇ ਮਸਤਕ ਨੂੰ ਲਾਈ ਕਿ ਹੁਣ ਮਾਲਕ ਜੇ ਤੂੰ ਆਹ ਗੱਲ ਕਹਿਣਾ ਮੈਨੂੰ ਬਲ ਵੀ ਬਖਸ਼। ਤੇ ਬਸ ਉਦੋਂ ਬਾਅਦ ਮੈਨੂੰ ਇੰਜ ਮਹਿਸੂਸ ਹੋਇਆ ਕਿ ਮੈਨੂੰ ਕੋਈ ਰੱਬੀ ਤਾਕਤ ਡਰਾਈਵ ਕਰਦੀ ਪਈ ਹੈ। ਬਹੁਤ ਅੱਛਾ, ਹੈ ਨਾ। ਤੇ ਉਸ ਤੋਂ ਬਾਅਦ ਮੈਂ ਉੱਥੋਂ ਸਰੋਵਰ ਦੇ ਕੰਢੇ ਤੇ ਬੈਠ ਕੇ ਮੈਂ ਫਿਰ ਪ੍ਰਧਾਨ ਮੰਤਰੀ ਮੋਦੀ ਨੂੰ ਖੱਤ ਲਿਖਿਆ ਇੱਕ, ਉੱਥੇ ਬੈਠ ਕੇ ਲਿਖਿਆ ਵੀ ਹੈ? ਹਾਂ, ਮੈਂ ਉਹ ਤੁਹਾਡੇ ਮੀਡੀਆ 'ਚ ਪਬਲਿਸ਼ ਹੋਇਆ ਬਹੁਤ। ਮੈਂ ਸਰੋਵਰ ਦੇ ਕੰਢੇ ਬੈਠ ਕੇ ਉਹ ਖੱਤ ਤੁਸੀਂ ਕਿਸ ਤਰ੍ਹਾਂ ਈਮੇਲ ਰਾਹੀਂ ਕਿ ਸਿੱਧਾ? ਮੈਂ ਦਸਤੀ ਫੜਾਇਆ ਜੀ, ਉਹ ਦਸਤੀ ਫੜਾ ਕੇ ਕੈਬਨਿਟ ਮਿਨਿਸਟਰ ਨੂੰ ਬਾਈ ਹੈਂਡ ਦਿੱਤਾ ਕਿ ਤੁਸੀਂ ਉਹਨਾਂ ਨੂੰ ਦੇਣਾ। ਤੁਸੀਂ ਜਿਹੜੀਆਂ ਚੈਨਲ ਦੇਖੀਆਂ ਤੁਹਾਡੇ ਚੈਨਲ ਤੇ ਵੀਡੀਓ ਚੱਲਿਆ, ਉੱਥੇ ਮੈਂ ਨਹੀਂ ਉੱਥੇ ਫੜਾ ਰਹੇ ਤੁਸੀਂ, ਪਰ ਸਾਨੂੰ ਇਹ ਪਤਾ ਨਹੀਂ ਸੀ ਵੀ ਕੀ ਫੜਾ ਰਹੇ ਹੋ। ਨਹੀਂ ਉਹ ਅੱਜ ਤੁਸੀਂ ਬੜਾ ਕਲੀਅਰ ਕੀਤਾ ਉਹ। ਹਾਂ, ਤੇ ਉਹ ਮੈਂ ਲਾਈਨ ਇੱਥੋਂ ਸ਼ੁਰੂ ਕੀਤੀ ਕਿ ਆਈ ਐਮ ਨੀਦਰ ਅ ਪੋਲੀਟੀਸ਼ੀਅਨ ਨੋਰ ਅ ਟੈਰਰਿਸਟ, ਓਕੇ, and writing you in the capacity of a academicians dedicated for the welfare of the farmers at Punjab Agricultural University। ਮੈਂ ਸਾਰੀ ਵਾਰਤਾ ਜੋ ਸਰਕਾਰ ਨੇ ਕਿਸਾਨਾਂ ਨਾਲ ਧੱਕਾ ਕੀਤਾ, ਕਿੱਲਾਂ ਗੱਡੀਆਂ ਜੋ ਧੱਕਾ ਕੀਤਾ, ਮਾਰਕੁੱਟ ਕੀਤੀ ਸ਼ਾਂਤਮਈ ਲੋਕਾਂ ਦੇ ਉੱਤੇ, ਉਸ ਤੋਂ ਬਾਅਦ ਮੈਂ ਗੱਲ ਆਪਣੀ ਅਖੀਰ ਤੇ ਖਤਮ ਇੱਥੇ ਕੀਤੀ ਪ੍ਰਧਾਨ ਮੰਤਰੀ ਨੂੰ ਕਿ ਸਰ ਕਿ ਐਨੀਥਿੰਗ ਬਿਲੋ the withdrawal of the laws would be betrayal to nation and the farmers। ਸੋ ਮੈਂ ਆਪਣੇ ਵੱਲੋਂ ਬੜੀ ਜ਼ੋਰ ਨਾਲ ਤਾਕੀਦ ਕੀਤੀ ਕਿ ਮੈਂ ਦੇਖੋ ਮੇਰਾ ਰਿਕਾਰਡ ਤੁਸੀਂ ਟਰੈਕ ਕਰ ਲਓ, ਮੈਂ ਨਾ ਤਾਂ ਸਿਆਸਤਦਾਨ ਆ ਤੇ ਨਾ ਹੀ ਮੈਂ ਅੱਤਵਾਦੀ ਆ, ਮੈਂ ਇੱਕ ਵਿਗਿਆਨੀ ਦੇ ਤੌਰ ਤੇ ਆਪਣੀ ਜ਼ਮੀਰ ਦੀ ਆਵਾਜ਼ ਤੁਹਾਨੂੰ ਦੱਸ ਰਿਹਾ। ਤੇ ਮੇਰਾ ਤੁਹਾਡੇ ਨਾਲ ਕੋਈ ਵੈਰ ਨਹੀਂਗਾ, ਮੇਰਾ ਕੋਈ ਭਾਰਤ ਸਰਕਾਰ ਨਾਲ ਕੋਈ ਦੁਸ਼ਮਣੀ ਨਹੀਂ। ਮੈਂ ਜਿਹੜੀ ਕੈਬਨਿਟ ਮਿਨਿਸਟਰ ਨੂੰ ਵੀ ਖੱਤ ਲਿਖੀ, ਮੈਂ 2 ਖੱਤ ਫੜਾਏ, ਇੱਕ ਮੈਂ ਕੈਬਨਿਟ ਮਿਨਿਸਟਰ ਵਾਸਤੇ, ਇੱਕ ਮੈਂ ਪ੍ਰਾਈਮ ਮਿਨਿਸਟਰ ਵਾਸਤੇ ਜੀ। ਕੈਬਨਿਟ ਮਿਨਿਸਟਰ ਨੂੰ ਵੀ ਮੈਂ ਕਿਹਾ ਸਰ ਤੁਹਾਨੂੰ ਬੜਾ ਭੈੜਾ ਲੱਗੂਗਾ ਕਿ ਮੈਂ ਤੁਹਾਨੂੰ ਸਟੇਜ ਤੇ ਖੜ ਕੇ ਮਨਾ ਕਰ ਰਿਹਾ, ਨਹੀਂ ਤੁਹਾਡੇ ਨਾਲ ਕੋਈ ਪਰਸਨਲ ਰੰਜਿਸ਼ ਕੋਈ ਨਹੀਂ ਹੈ, ਬਟ ਇਸ ਵੇਲੇ ਸਾਡਾ ਅੰਨਦਾਤਾ ਸੜਕਾਂ ਤੇ ਬੈਠਾ ਹੈ, ਮੈਂ ਉਹਦੇ ਲਈ ਸਾਰੀ ਉਮਰ ਕੰਮ ਕੀਤਾ, ਪਿਛਲੇ 27 ਸਾਲ ਤੋਂ ਮੈਂ ਮਿਹਨਤ ਕਰ ਰਿਹਾ, ਤੇ ਜੇ ਅੱਜ ਮੈਂ ਆਪਣੇ ਸੈਲਫਿਸ਼ ਇੰਟਰਸਟ ਲਈ ਇਸ ਅਵਾਰਡ ਨੂੰ ਲੈ ਕੇ ਗਲ 'ਚ ਸੋਨੇ ਦਾ ਤਮਗਾ ਪਾ ਕੇ ਘਰ ਜਾਣਾ, ਮੈਂ ਸਾਰੀ ਜ਼ਿੰਦਗੀ ਸੌ ਨਹੀਂ ਸਕਦਾ। ਮੇਰੀ ਜ਼ਮੀਰ ਨੇ ਮੈਨੂੰ ਲਾਹਣਤਾਂ ਪਾਉਣੀ ਹੈ ਤੇ ਮੈਂ ਇਹ ਗੁਨਾਹ ਆਪਣੇ ਮੱਥੇ ਤੇ ਨਹੀਂ ਲਾਉਣਾ ਚਾਹੁੰਦਾ। ਸੋ ਤੁਸੀਂ ਉਹਦੀ ਗੱਲ ਸੁਣੋ, ਮੇਰਾ ਉਹੀ ਸਨਮਾਨ ਹੈ। ਸੋ ਇਹ ਸਾਰਾ ਕੁਝ ਰੱਬੋਂ ਹੀ ਹੋਇਆ ਜੀ। ਇਹ ਬੜਾ ਸੋਤੇ ਸਿੱਧ ਹੋਇਆ, ਮਤਲਬ ਕਿ ਜਿਸ ਤਰ੍ਹਾਂ ਇਹਨੂੰ ਲੋਕਾਂ ਨੇ, ਮੀਡੀਆ ਨੇ ਨੋਟਿਸ ਕੀਤਾ, ਮੈਨੂੰ ਤਾਂ ਇਹ ਪਤਾ ਨਹੀਂ ਸੀ ਕਿ ਆਏ ਨੋਟਿਸ ਇਹਨੂੰ ਕੋਈ ਕਰੂਗਾ। ਮਤਲਬ ਜਸਟ ਮੈਂ ਤਾਂ ਆਪਣਾ ਇੱਕ ਨੈਤਿਕ ਫਰਜ਼ ਨਿਭਾਉਣ ਦਾ ਕੋਸ਼ਿਸ਼ ਕੀਤਾ ਵੀ ਮੇਰੇ ਕੋਲ ਇੱਕ ਮੌਕਾ ਹੈ ਕਿ ਮੈਂ ਸਰਕਾਰ ਦੇ ਜਿਹੜੇ ਬੋਲੇ ਕੰਨ ਨੇ, ਕਿਉਂਕਿ ਠੰਡ ਦਾ ਮੌਸਮ ਸੀ, ਉਹ ਲੋਕੀ ਠੰਡ 'ਚ ਬੱਚੇ ਬੈਠੇ, ਮੈਨੂੰ ਦੁੱਖ ਆ ਰਿਹਾ ਸੀ ਤੇ ਮੈਂ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਲਈ ਆਪਣਾ ਫਰਜ਼ ਨਿਭਾਇਆ। ਤੇ ਖੁਸ਼ੀ ਹੈ ਕਿ ਸਰਕਾਰ ਨੂੰ ਰੱਬ ਨੇ ਮੱਤ ਬਖਸ਼ੀ, ਭਾਵੇਂ ਦੇਰ ਨਾਲ ਬਖਸ਼ੀ। ਇਹਨੂੰ ਇਹ ਕਹਿ ਸਕਦੇ ਹਾਂ ਵੀ ਜਿਹੜਾ ਉਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ ਤੇ ਭਖਵਾਂ ਮਸਲਾ ਸੀ ਬੜਾ ਉਦੋਂ, ਤੇ ਤੁਸੀਂ ਇਹੋ ਜਿਹਾ ਇਹ ਆਪਣਾ ਕਾਰਜ ਕਰਕੇ ਉਹਨਾਂ ਦਿਨਾਂ ਦੌਰਾਨ ਕਹਿ ਸਕਦੇ ਕਿ ਸੋਨੇ ਤੇ ਸੁਹਾਗਾ ਹੋ ਗਿਆ, ਕਿਉਂਕਿ ਉਹ ਮੇਰੇ ਖਿਆਲ 23-24 ਨਵੰਬਰ ਦੇ ਆਸ-ਪਾਸ ਦਿੱਲੀ ਪਹੁੰਚੇ ਸੀਗੇ ਜੀ ਤੇ ਮੈਂ 7 ਦਸੰਬਰ ਨੂੰ ਅਵਾਰਡ ਲੈਣਾ ਸੀ। 2 ਹਫ਼ਤੇ ਉਸ ਵੇਲੇ ਤਾਂ ਇਹ ਬੜਾ ਕ੍ਰਿਟੀਕਲ ਪੀਰੀਅਡ ਸੀਗਾ ਕਿ ਕੌਣ ਕੀ ਕਰ ਰਿਹਾ, ਕਿ ਰਿਸਪੌਂਸ ਕਿਵੇਂ ਆ ਰਿਹਾ। ਸੋ ਮੈਨੂੰ ਵੀ ਖੁਸ਼ੀ ਹੋਈ ਕਿ ਉਹ ਸੰਘਰਸ਼ ਜਦੋਂ ਆਪਣਾ ਹਜੇ ਬਣ ਰਿਹਾ ਸੀ, ਸੰਘਰਸ਼ ਆਪਣੇ ਆਪ ਨੂੰ ਦਿੱਲੀ ਦੀਆਂ ਬਰੂਆਂ ਤੇ ਇਕੱਠਾ ਹੋ ਰਿਹਾ ਸੀ, ਚਲ ਤਿਲ ਫੁੱਲ ਮੈਂ ਵੀ ਉਹਦੇ 'ਚ ਪਾ ਸਕਿਆ ਤੇ ਸੰਘਰਸ਼ ਨੂੰ ਬਲ ਮਿਲਿਆ। ਬਹੁਤ ਵੱਡਾ ਇਹ ਤੁਹਾਡਾ ਯੋਗਦਾਨ ਸੀਗਾ। ਮੇਰਾ ਖਿਆਲ ਆ ਵੀ ਇਹ ਇੱਕ ਹਿਸਟਰੀ ਜੇ ਕਹਿ ਦਈਏ ਕ੍ਰੀਏਟ ਹੋਈ ਹੈ ਤਾਂ ਕੋਈ ਅਤਕਥਨੀ ਨਹੀਂ ਹੋਏਗੀ ਰਹਿੰਦੀ ਦੁਨੀਆ ਤੱਕ। ਜਦੋਂ ਵੀ ਲੋਕੀ ਮੇਰਾ ਖਿਆਲ ਆ ਵੀ ਕਿਸਾਨ ਅੰਦੋਲਨ ਦੀ ਗੱਲ ਕਰਨਗੇ ਤੇ ਇਸ ਗੱਲ ਵੱਲ ਵੀ ਇਹ ਗੱਲ ਵਿੱਚ ਆਊਗੀ ਕਦੇ ਨਾ ਕਦੇ। ਕੋਈ ਗੱਲਬਾਤ ਕਰਦੇ ਆ ਵੀ ਕੋਈ ਡਾਕਟਰ ਹੁੰਦਾ ਸੀ, ਕੋਈ ਵਿਗਿਆਨੀ ਹੁੰਦਾ ਸੀ, ਉਹਨੇ ਵੀ ਇਹ ਜਿਹੜਾ ਕੰਮ ਉਹ ਕੀਤਾ ਸੀ। ਬੜੀ ਇਹ ਅਸੀਂ ਤਾਂ ਸਾਡੀ ਨਿਗਾਹ 'ਚ ਇਹ ਕੁਰਬਾਨੀ ਆ ਵੀ ਇੱਕ, ਕਿਉਂਕਿ ਇਹ ਜਿਹੜੇ ਹੈਗੇ ਆ ਸਨਮਾਨ ਜਾਂ ਗੋਲਡ ਮੈਡਲ, ਉਹ ਵੀ ਸਰਕਾਰ ਵੱਲੋਂ ਦੇਣੇ, ਕੇਂਦਰ ਦੀ ਸਰਕਾਰ ਵੱਲੋਂ ਦੇਣੇ, ਕੋਈ ਛੋਟੀ ਗੱਲ ਨਹੀਂ। ਇਹ ਬੜਾ ਇਹਦੇ ਲਈ ਘਾਲਣੀ ਪੈਂਦੀ ਆ, ਬੜੇ ਕੰਮ ਕਰਨੇ ਪੈਂਦੇ ਆ। ਕੋਈ ਸਪੈਸ਼ਲ ਤੁਸੀਂ ਜੇ ਕੀਤਾ ਉਹ ਤਾਂ ਹੀ ਤੁਹਾਨੂੰ ਪਰ ਗੁਰਬਾਣੀ ਜਦੋਂ ਪੜ੍ਹੀਏ ਤਾਂ ਫਿਰ ਗੁਰਬਾਣੀ ਵਿੱਚੋਂ ਇਹ ਸੰਦੇਸ਼ ਮਿਲਦੇ ਨੇ, ਇਹੋ ਜਿਹੀਆਂ ਦਿਸ਼ਾ ਮਿਲਦੀ ਹੈ ਵੀ ਜਿਹੜੀਆਂ ਦੁਨੀਆ ਦੀਆਂ ਵਡਿਆਈਆਂ ਨੇ ਉਹ ਕੋਈ ਐਡੀ ਬਹੁਤੀਆਂ ਵੱਡੀਆਂ ਨਹੀਂ ਹੁੰਦੀਆਂ, ਹੈ ਨਾ। ਨਹੀਂ ਚਲੋ ਜੋ ਵੀ ਹੈ ਤੁਹਾਡੀ ਨਿਗਾਹ 'ਚ ਤੁਸੀਂ ਠੀਕ ਹੋ ਤੇ ਚੰਗੀ ਗੱਲ ਆ। ਕਹਿੰਦੇ ਆਗੀ ਸੇਤੀ ਜਾਲ, ਹੈ ਨਾ। ਮੈਂ ਕਿਹਾ ਵੀ ਤੁਸੀਂ ਜੋ ਕੀਤਾ ਉਹ ਚੰਗਾ ਕੀਤਾ ਤੇ ਸਾਡੀ ਨਿਗਾਹ 'ਚ ਉਹ ਬੰਦਾ ਹੀਰੋ ਆ ਜਿਹੜਾ ਕਿ ਆਮ ਸਮਾਜ ਲਈ ਜਿਹੜਾ ਇੰਨਾ ਮਤਲਬ ਕੰਮ ਕਰ ਜਾਏ। ਤੇ ਉਹ ਅਸੀਂ ਬਹੁਤ ਧੰਨਵਾਦ ਵੀ ਕਰਦੇ ਹਾਂ ਤੁਹਾਡਾ। ਅਸੀਂ ਆਪਣੇ ਪੰਜਾਬ ਮੇਲ ਚੈਨਲ ਵੱਲੋਂ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅਜਿਹੀ ਇੱਕ ਸੋਚ ਲੈ ਕੇ ਉੱਥੋਂ ਤੁਰੇ ਸੀ
ਤੇ ਕਿਸ ਤਰੀਕੇ ਨਾਲ ਤੁਸੀਂ ਆਪਣਾ ਜਿਹੜਾ ਸਨਮਾਨ ਉਹ ਵਾਪਸ ਕੀਤਾ। ਕੰਮ ਤਾਂ ਤੁਹਾਡੇ ਹੁੰਦੇ ਰਹਿਣੇ ਆ, ਹੋਰ ਵੀ ਸਨਮਾਨ ਮਿਲਦੇ ਰਹਿਣੇ ਆ, ਅੱਗਿਓਂ ਵੀ ਬੜਾ ਟਾਈਮ ਹੱਲੇ ਤੁਹਾਡੀ ਚੱਲ ਰਿਹਾ। ਤੁਸੀਂ ਸਾਨੂੰ ਪਤਾ ਲੱਗਾ ਕਿ ਵਾਈਸ ਚਾਂਸਲਰ ਦੇ ਵੀ ਕੈਂਡੀਡੇਟ ਹੈਗੇ ਹੋ। ਨਹੀਂ ਮੈਂ ਨਹੀਂ ਕੈਂਡੀਡੇਟ ਹੈਗੇ ਹੋ, ਨਹੀਂ ਪੀਐਚਯੂ ਦਾ। ਅਸੀਂ ਅਰਦਾਸ ਕਰਦੇ ਹਾਂ ਵੀ ਕਿਤੇ ਨਾ ਕਿਤੇ ਤੁਹਾਡੀ ਉਹ ਵੀ ਨਹੀਂ ਮੈਂ ਤਾਂ ਐਪਲੀਕੇਸ਼ਨ ਵੀ ਨਹੀਂ ਦਿੱਤੀ, ਉਹ ਲੋਕੀ ਮੈਨੂੰ ਕਹਿੰਦੇ ਰਹੇ ਨੇ, ਪਰ ਅਸੀਂ ਤਾਂ ਕਹਿੰਦੇ ਆ ਜੀ ਤੁਹਾਡੇ ਵਰਗੇ ਜਿਹੜੇ ਵਿਗਿਆਨੀ ਅੱਗੇ ਆਉਣ। ਹਾਂ ਨਹੀਂ ਠੀਕ ਹੈ, ਤੇ ਚੰਗੀ ਗੱਲ ਆ ਤਾਂ ਕਿ ਬਾਕੀਆਂ ਨੂੰ ਵੀ ਜਿਹੜੀ ਸੇਧ ਮਿਲੇ। ਡਾਕਟਰ ਸਾਹਿਬ ਆਪਾਂ ਅਗਲੇ ਪੁਆਇੰਟ ਤੇ ਆਉਂਦੇ ਹਾਂ। ਤੁਸੀਂ ਜਿੱਥੇ ਇੱਕ ਬਹੁਤ ਉੱਚ ਕੋਟੀ ਦੇ ਵਿਗਿਆਨੀ ਹੋ, ਸਮਾਜ ਸੇਵਕ ਹੋ, ਆਪਣਾ ਜਿਹੜਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਜੇ ਤੁਸੀਂ ਪਾਇਆ ਵੀ ਆਪਣੇ ਵੱਡੇ ਵੱਡੇ ਜਿਹੜੇ ਕਾਢਾਂ ਕੱਢੀਆਂ, ਨਵੇਂ ਨਵੇਂ ਵਿਗਿਆਨਕ ਕਾਢਾਂ ਕੱਢੀਆਂ, ਉਹਦੇ ਨਾਲ ਨਾਲ ਤੁਸੀਂ ਆਪਣਾ ਜਿਹੜਾ ਉਹਦਾ ਮੁੱਲ ਨਹੀਂ ਤਾਰਿਆ। ਉਸ ਦੇ ਨਾਲ ਨਾਲ ਤੁਸੀਂ ਇੱਕ ਸਮਾਜ ਸੇਵਕ ਵੀ ਹੋ। ਤੁਹਾਡੀ ਕੋਈ ਸੰਸਥਾ ਵੀ ਜਿਹੜੀ ਹੈਗੀ ਆ ਜਿਹਦੇ ਨਾਲ ਤੁਸੀਂ ਬੜਾ ਜੁੜੇ ਹੋਏ ਹੋ, ਕਿਉਂਕਿ ਖੇਤੀਬਾੜੀ ਦੇ ਜਿਹੜੇ ਕਿਸਾਨ ਅੰਦੋਲਨ ਦੌਰਾਨ ਬਹੁਤ ਸਾਰੇ ਸਾਡੇ ਕਹਿ ਸਕਦੇ ਹਾਂ ਕਿ ਸ਼ਹੀਦ ਹੋ ਗਏ ਸੀ। ਕਿਸਾਨ ਸੀ, ਚਾਹੇ ਕਿਰਤੀ ਸੀ, ਚਾਹੇ ਹੋਰ ਲੋਕ ਸੀ ਜਿਹੜੇ ਉਸ ਅੰਦੋਲਨ ਨਾਲ ਜੁੜੇ ਸੀ। ਤੁਹਾਡੇ ਦਿਲ 'ਚ ਉਹ ਦਰਦ ਆਇਆ, ਤੁਸੀਂ ਉਹਨਾਂ ਦੀ ਬਿਹਤਰੀ ਲਈ ਕੁਛ ਨਵੇਂ ਕਦਮ ਚੱਕੇ ਆ। ਮੈਂ ਚਾਹਾਂਗਾ ਕਿ ਸਾਡੇ ਪੰਜਾਬ ਮੇਲ ਦੇ ਦਰਸ਼ਕਾਂ ਨਾਲ ਜ਼ਰੂਰ ਉਹ ਤੁਸੀਂ ਸਾਂਝੇ ਕਰੋ। ਬਿਲਕੁਲ ਜੀ, ਜਦੋਂ ਅੰਦੋਲਨ ਇਹ ਚੱਲ ਰਿਹਾ ਸੀਗਾ, ਮੈਂ ਅੰਦੋਲਨ ਨੂੰ ਬਹੁਤ ਨੇੜਿਓਂ ਹੋ ਕੇ ਦੇਖ ਹੀ ਨਹੀਂ ਸੀ ਰਿਹਾ। ਮੇਰੇ 'ਚ ਆਪਣਾ ਹਰ ਸੰਭਵ ਯਤਨ ਕੋਸ਼ਿਸ਼ ਕਰ ਰਿਹਾ ਸੀ ਕਿ ਮੈਂ ਆਪਣਾ ਵੱਲੋਂ ਜੋ ਤਿਲ ਫੁੱਲ ਕਰ ਸਕਾਂ ਉਹਨੂੰ ਕਰਾਂ। ਤਾਂ ਉਹਦੇ ਵਿੱਚ ਇੱਕ ਚੀਜ਼ ਮੈਨੂੰ ਇਹ ਮਹਿਸੂਸ ਹੋਈ ਵੀ ਇਹ ਚੀਜ਼ ਅੱਖੋਂ ਓਹਲੇ ਹੋ ਰਹੀ ਹੈ, ਅਣਗੌਲੀ ਹੋ ਰਹੀ ਹੈ। ਉਹ ਇਹ ਸੀਗੀ ਕਿ ਜਿਹੜੇ ਕਿਸਾਨ ਇਸ ਮੋਰਚੇ 'ਚ ਸੇਵਾਵਾਂ ਨਿਭਾਉਂਦੇ ਸ਼ਹੀਦ ਹੋ ਗਏ ਸੀ, ਉਹਨਾਂ ਦੇ ਪਰਿਵਾਰਾਂ ਦੀ ਸੰਭਾਲ ਵੱਲ ਕੋਈ ਉਚੇਚਾ ਯਤਨ ਨਹੀਂ ਸੀ ਹੋ ਰਿਹਾ। ਮੈਂ ਕਿਸਾਨ ਸੰਗਠਨਾਂ ਤੱਕ ਵੀ ਪਹੁੰਚ ਕੀਤੀ, ਕਿਉਂਕਿ ਉਹੀ ਸਾਰਾ ਅਗਵਾਈ ਕਰ ਰਹੇ ਸੀ ਵੀ ਇਹਨਾਂ ਵੱਲ ਧਿਆਨ ਦੇਣ ਜੀ। ਤੇ ਪਰ ਮੈਨੂੰ ਉੱਥੇ ਮਹਿਸੂਸ ਹੋਇਆ ਵੀ ਉਹਨਾਂ ਦਾ ਕੋਲੇ ਜਾਂ ਤਾਂ ਸਮਾਂ ਨਹੀਂ ਜਾਂ ਉਹਨਾਂ ਦਾ ਇੰਟਰਸਟ ਨਹੀਂ। ਤੇ ਫਿਰ ਸਾਡੀ ਕੋਈ ਸਮਰੱਥਾ ਨਹੀਂ ਸੀ। ਬਟ ਜਦੋਂ ਮੈਨੂੰ ਇਹ ਲੱਗਿਆ ਵੀ ਇਹ ਜਿਹੜੇ ਗਰੀਬ ਕਿਸਾਨ, ਕਿਰਤੀ ਲੋਕ ਇਸ ਮੋਰਚੇ 'ਚ ਆਪਣੀਆਂ ਜਾਨਾਂ ਵਾਰ ਚੁੱਕੇ ਨੇ, ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣ ਦਾ ਕੰਮ ਅਣਗੌਲਿਆ ਰਹਿ ਰਿਹਾ, ਤਾਂ ਫਿਰ ਮੈਂ ਆਪਣੀ ਟੀਮ ਨੂੰ ਪ੍ਰੇਰਿਤ ਕੀਤਾ ਤੇ ਅਸੀਂ 7 ਫਰਵਰੀ ਨੂੰ 2020 ਦੇ ਵਿੱਚ ਅਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇੱਕ ਵੱਡਾ ਫੰਕਸ਼ਨ ਕੀਤਾ। 5 ਵਾਈਸ ਚਾਂਸਲਰਸ ਨੇ, ਆਤਮ ਪ੍ਰਕਾਸ਼ ਜਿਹੜੀ ਆਰਗੇਨਾਈਜੇਸ਼ਨ ਅਸੀਂ ਚਲਾ ਰਹੇ ਹਾਂ, ਉਹਦੀ ਵੈਬਸਾਈਟ 'ਤੇ ਇੱਕ ਵਿਸ਼ੇਸ਼ ਪੋਰਟਲ ਰਿਲੀਜ਼ ਕੀਤਾ। 7 ਫਰਵਰੀ ਨੂੰ 198 ਕਿਸਾਨਾਂ ਦੀ ਸ਼ਹਾਦਤ ਹੋਈ ਸੀਗੀ। ਬਹੁਤ ਛੋਟੀ ਫਿਗਰ ਸੀ, ਪਰ ਅੱਜ ਸਾਡੇ ਕੋਲ ਜਿਹੜਾ ਡਾਟਾ ਰਿਕਾਰਡ ਦੇ ਉੱਤੇ ਜਿਹੜੀ ਅਸੀਂ ਰਿਕਾਰਡ ਕੀਤੀਆਂ ਨੇ ਇਨਸੀਡੈਂਟਸ, ਟ੍ਰੈਜਡੀਜ਼, ਉਹਦੀ ਗਿਣਤੀ 839 ਹੈ। ਤੇ ਉਹ ਅਸੀਂ ਉਦੋਂ ਇਹ ਸੰਕਲਪ ਲਿਆ ਵੀ ਆਮ ਤੌਰ 'ਤੇ ਕੀ ਹੁੰਦਾ ਹੈ ਵੀ ਜਦੋਂ ਇਹੋ ਜਿਹੇ ਵੱਡੇ ਅੰਦੋਲਨ ਹੁੰਦੇ ਆ, ਜਿਹੜੇ ਲੋਕ ਆਪਣਾ ਆਪਾ ਵਾਰ ਜਾਂਦੇ ਨੇ, ਉਹਨਾਂ ਦਾ ਫਿਰ ਕੋਈ ਸਾਰ ਨਹੀਂ ਲੈਂਦਾ ਜੀ। ਲੀਡਰਾਂ ਕੋਲ ਵੀ ਵਕਤ ਨਹੀਂ ਹੁੰਦਾ, ਗੱਲ ਆਏ ਗਈ ਹੋ ਜਾਂਦੀ ਹੈ। ਤੇ ਅਸੀਂ ਇਹ ਸੋਚਿਆ ਵੀ ਇਹ ਕੰਮ ਨੂੰ ਇੰਨੀ ਮਿਹਨਤ ਨਾਲ, ਇੰਨੀ ਇਮਾਨਦਾਰੀ ਨਾਲ ਕਰਨਾ ਕਿ ਸਾਰੇ ਕਿਸਾਨਾਂ ਦੇ, ਕਿਰਤੀਆਂ ਦੇ ਪਰਿਵਾਰ ਆਤਮ ਨਿਰਭਰ ਕਰਨੇ ਆ। ਬੜੀ ਕਹਿਣ ਨੂੰ ਗੱਲ ਹੈ ਸੌਖੀ ਜੀ, ਪਰ ਇਹ ਬੜਾ ਵੱਡਾ ਕੰਮ ਹੁੰਦਾ ਕਿ ਇੰਨੇ ਲੋਕਾਂ ਨੂੰ, ਪਰਿਵਾਰਾਂ ਨੂੰ ਆਪਣੇ ਪੈਰਾਂ ਤੇ ਖੜੇ ਕਰਨਾ। ਸਰਕਾਰਾਂ ਤਾਂ ਇਹ ਕੰਮ ਕਰ ਸਕਦੀਆਂ ਨੇ, ਪਰ ਸਧਾਰਨ ਲੋਕਾਂ ਲਈ, ਛੋਟੀਆਂ ਸੰਸਥਾਵਾਂ ਲਈ। ਪਰ ਅਸੀਂ ਉਸ ਕਾਰਜ ਨੂੰ ਆਰੰਭ ਕੀਤਾ ਔਰ ਅੱਜ ਮੈਨੂੰ ਕਹਿਣ 'ਚ ਖੁਸ਼ੀ ਹੈ ਵੀ ਅਸੀਂ ਹੁਣ ਤੱਕ ਇਹ 837 ਕਿਸਾਨਾਂ ਦੇ ਵਿੱਚੋਂ ਲਗਭਗ 280 ਕਿਸਾਨਾਂ ਨੂੰ ਪੈਰਾਂ ਤੇ ਖੜੇ ਕਰਨ ਦਾ ਅਡਾਪਟ ਕਰ ਲਿਆ ਔਰ 529 ਕਿਸਾਨਾਂ ਨਾਲ ਅਸੀਂ ਰਾਬਤਾ ਬਣਾਇਆ ਹੋਇਆ ਇਸ ਵੇਲੇ, ਜਿਨ੍ਹਾਂ ਦੇ ਪਰਿਵਾਰਾਂ ਨੂੰ ਅਸੀਂ ਰਿਵਿਊ ਕਰ ਰਹੇ ਹਾਂ। ਐਡਾ ਵੱਡਾ ਕੰਮ ਕਿਵੇਂ, ਕਿਸ ਤਰ੍ਹਾਂ ਆਰਗੇਨਾਈਜ਼ ਕਰਦੇ ਹੋ ਸਰ? ਦੇਖੋ ਜੀ, ਮੈਂ ਤੁਹਾਨੂੰ ਉਹੀ ਗੱਲ ਕਹੀ ਹੈ, ਪਹਿਲਾਂ ਵੀ ਅਵਾਰਡ ਵਾਲੀ ਗੱਲ ਵੀ ਪੁੱਛੀ, ਵੀ ਇਹ ਪਰਮਾਤਮਾ ਹੀ ਕਰਦਾ। ਮੇਰਾ ਤਾਂ ਉਹਦੇ ਦ੍ਰਿੜ ਨਿਸ਼ਚੈ ਹੈ ਵੀ ਇਹੋ ਜਿਹੇ ਕੰਮ ਬੰਦਿਆਂ ਤੋਂ ਨਹੀਂ ਹੁੰਦੇ, ਕਿਉਂਕਿ ਇਹ ਕੰਮ ਲਈ ਬਹੁਤ ਹੀ એનર્ਜੀ ਔਰ ਸਾਧਨਾ ਦੀ ਲੋੜ ਹੁੰਦੀ ਹੈ। ਔਰ ਇਹ ਅਕਾਲ ਪੁਰਖ ਵੱਲੋਂ ਦਿਸ਼ਾ ਮਿਲ ਰਹੀ ਹੈ ਔਰ ਤੁਹਾਡੇ ਵਰਗੇ ਸੱਜਣ, ਚੰਗੇ ਲੋਕ ਕਾਫਲੇ 'ਚ ਨਾਲ ਜੁੜ ਰਹੇ ਨੇ। ਦੇਖੋ, ਅਸੀਂ ਆਮ ਤੌਰ 'ਤੇ ਜਿਹੜੇ ਇਹੋ ਜਿਹੇ ਕੰਮ ਹੁੰਦੇ ਉਹਦੇ 'ਚ ਕੀ ਹੁੰਦਾ ਹੈ, ਉਹ ਤੋਂ ਹਟ ਕੇ ਕੀ ਕਰ ਰਹੇ ਹਾਂ, ਆਪਾਂ ਕੁਝ ਪੈਸੇ ਇਕੱਠੇ ਕਰ ਲਈਦੇ ਨੇ ਤੇ ਇਕੱਠੇ ਕਰਕੇ ਵੰਡ ਦਈਦੇ ਨੇ। ਆਪਾਂ ਸੋਚਦੇ ਹਾਂ ਵੀ ਇਹੋ ਜਿਹੀ ਮੂਵਮੈਂਟ 'ਚ ਆਏ ਸਹਿਯੋਗ ਹੁੰਦਾ ਹੈ। ਸਾਡੇ ਕੰਮਕਾਰ ਦੇ ਵਿੱਚ ਜਿਹੜਾ ਪੈਸਾ ਇੱਕ ਬਹੁਤ ਛੋਟਾ ਜਿਹਾ ਹਿੱਸਾ ਹੈ ਔਰ ਅਸੀਂ ਇਹ ਮਹਿਸੂਸ ਕੀਤਾ ਹੈ ਕਿ ਇਹਨਾਂ ਪਰਿਵਾਰਾਂ ਨੂੰ ਹੌਸਲਾ, ਪਿਆਰ, ਦਿਸ਼ਾ ਦੀ ਲੋੜ ਪੈਸੇ ਨਾਲੋਂ ਕਿਤੇ ਜ਼ਿਆਦਾ ਵੱਧ ਹੈ। ਮੈਂ ਤੁਹਾਨੂੰ ਉਦਾਹਰਨ ਦਿੰਦਾ ਕਿ ਅਸੀਂ ਹੁਣ ਇਕੱਲੇ ਪਰਿਵਾਰ ਤੱਕ ਪਹੁੰਚ ਕਰ ਰਹੇ ਹਾਂ ਔਰ ਹਰ ਪਰਿਵਾਰ ਨਾਲ ਇੱਕ ਪ੍ਰੋਫੈਸਰ ਨੂੰ ਇੱਦਾਂ ਜੋੜ ਰਹੇ ਹਾਂ ਕੋਆਰਡੀਨੇਟਰ ਵਜੋਂ, ਵੀ ਉਸ ਪ੍ਰੋਫੈਸਰ ਨੂੰ ਕਹਿਣਾ ਵੀ ਇਹ ਸਮਝ ਲਓ ਤੇਰਾ ਇੱਕ ਪਰਿਵਾਰ ਦਾ ਇੱਕ ਅੰਗ ਹੈ ਇਹ ਪਰਿਵਾਰ ਵੀ, ਤੂੰ ਇਹਨੂੰ ਸਮਾਜਿਕ ਤੌਰ 'ਤੇ ਜੋੜਨਾ, ਇਹਨਾਂ ਦੇ ਸੁੱਖ ਵਿੱਚ, ਦੁੱਖ ਵਿੱਚ ਹਰ ਰੋਜ਼ ਬੱਚਿਆਂ ਨਾਲ ਗੱਲਬਾਤ ਕਰਨੀ, ਤਾਂ ਕਿ ਇਹਨਾਂ ਨੂੰ ਜਿਹੜਾ ਪਰਿਵਾਰ ਦਾ ਜੀ ਚਲਾ ਗਿਆ ਉਹਦੀ ਘਾਟ ਤਾਂ ਨਹੀਂ ਪੂਰੀ ਹੋ ਸਕਦੀ, ਪਰ ਤੂੰ ਉਹਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨੀ। ਅਸੀਂ ਇੱਕ ਪਰਿਵਾਰ ਵਿੱਚ ਗਏ ਤੇ ਮਾਂ, ਉਹ ਬੱਚੇ ਦਾ ਜਿਹੜਾ ਸ਼ਹੀਦ ਹੋਇਆ ਸੀ ਬੱਚਾ, ਨੌਜਵਾਨ, ਉਹਦੇ ਵਿਆਹ ਹੋਏ ਨੂੰ 3 ਮਹੀਨੇ ਹੋਏ ਜੀ। ਉਹ ਉੱਥੇ ਗਿਆ ਤੇ ਐਕਸੀਡੈਂਟ 'ਚ ਉਹਦੀ ਮੌਤ ਹੋ ਗਈ।
ਓਹੋ। ਤੇ ਅਸੀਂ ਕੁਝ ਲਗਭਗ 2-3 ਹਫ਼ਤੇ ਬਾਅਦ ਘਰ ਪਹੁੰਚੇ ਤੇ ਮਾਤਾ ਮੰਜੇ ਤੇ ਉਦਣ ਦੀ ਪਈ ਆ, ਰੋਟੀ ਨਹੀਂ ਖਾਧੀ, ਮਤਲਬ ਕਿ ਬੇਹਾਲ ਹੈ, ਸੁੱਧ ਨਹੀਂ, ਬੋਲਦੀ ਨਹੀਂ। ਜੀ ਉਹਨੇ ਹੁਣ ਸੋਚਿਆ ਵੀ ਪੈਸਾ ਦੇਣ ਆਏ ਹੋਣਗੇ ਨਾ ਸਾਨੂੰ, ਜਿਵੇਂ ਆਮ ਹੁੰਦਾ ਹੈ ਵੀ ਆਪਾਂ ਸੰਸਥਾਵਾਂ ਪੈਸਾ ਦੇਣੀ ਚਾਹੁੰਦੀਆਂ ਨੇ ਨਾ। ਜੀ ਜੀ ਜੀ। ਉਹ ਕਹਿੰਦੀ ਪੁੱਤ 25 ਕਿੱਲੇ ਜ਼ਮੀਨ ਹੈ, ਪੈਸੇ ਦੀ ਲੋੜ ਨਹੀਂ ਹੈ, ਮੇਰਾ ਪੁੱਤ ਵਾਪਸ ਲਿਆ ਦਿਓ। ਹਾਂਜੀ, ਹੁਣ ਪੁੱਤ ਕਿੱਥੋਂ ਵਾਪਸ ਲਿਆ ਦਈਏ ਜੀ। ਤੇ ਉਹਦੇ ਕੋਲੇ ਬੈਠੇ ਉਹਨੂੰ ਸਹਾਰਾ, ਹੌਸਲਾ ਦਿੱਤਾ ਤੇ ਹੌਲੀ ਹੌਲੀ ਉਹਨੂੰ ਕਿਹਾ ਵੀ ਤੇਰਾ ਇੱਕ ਗਿਆ 10 ਪ੍ਰੋਫੈਸਰ ਖੜੇ ਆ, ਇਹ ਤੇਰੇ ਪੁੱਤ ਨੇ। ਉਹ ਤਾਂ ਹੈ ਅਨਪੜ੍ਹ ਸੀ ਨਾ, ਇਹ 10 ਖੜੇ ਨੇ ਤੇਰੇ ਸਹਾਰਾ ਬਣਨਗੇ, ਤੂੰ ਇਹ ਸਦਮੇ ਚੋਂ ਬਾਹਰ ਆ। ਪਰ ਉਹ ਬੋਲਦੀ ਵੀ ਨਹੀਂ ਸੀਗੀ ਤੇ ਇੰਨੀ ਸਦਮੇ ਵਿੱਚ ਸੀਗੀ ਕਿ ਮੇਰਾ ਪੁੱਤ ਚਾਹੀਦਾ ਮੈਨੂੰ। ਬਟ ਮੈਨੂੰ ਦੱਸਣ 'ਚ ਖੁਸ਼ੀ ਹੈ ਕਿ ਅਸੀਂ ਉਸ ਪਰਿਵਾਰ ਤੇ ਲਗਾਤਾਰ ਮਿਹਨਤ ਕੀਤੀ। ਹੁਣ ਅੱਜ ਉਹ ਮਾਂ ਹੈ ਨਾ ਉੱਠਦੀ ਹੈ, ਬਹਿੰਦੀ ਹੈ, ਸਾਨੂੰ ਗਿਆ ਨੂੰ ਪ੍ਰਸ਼ਾਦਾ ਛਕਾਉਂਦੀ ਹੈ, ਪਰਿਵਾਰ 'ਚ ਬੋਲਦੀ ਹੈ, ਹੱਸਦੀ ਹੈ। ਉਹ ਸਦਮੇ ਤੋਂ ਬਾਹਰ ਆਈ ਹੈ। ਅਸੀਂ ਉਹਨੂੰ ਆਨਾ ਨਹੀਂ ਦਿੱਤਾ ਪਰਿਵਾਰ ਨੂੰ, ਅਸੀਂ ਉਹਨੂੰ ਪਿਆਰ ਦਿੱਤਾ ਹੈ, ਸਮਾਂ ਦਿੱਤਾ ਹੈ, ਕੋਲੇ ਬੈਠੇ ਹਾਂ। ਹੁਣ ਉਹ ਦੇਖੋ, ਜਦੋਂ ਅਸੀਂ ਉਹਨੂੰ ਸਾਖੀਆਂ ਸੁਣਾਈਆਂ ਇਤਿਹਾਸ ਦੀਆਂ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਇਤਿਹਾਸ ਸੁਣਾਇਆ ਕਿ ਆਪਣੇ ਬੱਚੇ ਕੁਰਬਾਨ ਕਰਕੇ ਕਿਤੇ ਦੁੱਖ ਵਿੱਚ ਤਾਂ ਨਹੀਂ ਗਿਆ ਪਾਤਸ਼ਾਹ, ਤੂੰ ਤਾਂ ਵੱਡਿਆਂ ਭਾਗਾਂ ਵਾਲੀ ਹੈ। ਐਡੇ ਵੱਡੇ ਜਿਹੜਾ ਅੰਤਰਰਾਸ਼ਟਰੀ ਪੱਧਰ ਦਾ ਅੰਦੋਲਨ ਹੋਇਆ, ਤੇਰਾ ਪੁੱਤ ਉਹਦੇ 'ਚ ਆਪਣਾ ਜਾਨ ਵਾਰ ਗਿਆ ਤੇ ਤੇਰਾ ਇਤਿਹਾਸ ਬਣ ਗਿਆ, ਤੂੰ ਤਾਂ ਅਮਰ ਹੋ ਗਈ ਹੈ, ਤੇਰਾ ਪੁੱਤਰ ਅਮਰ ਹੋ ਗਿਆ। ਸੋ ਹੁਣ ਉਹਨੂੰ ਇਸ ਗੱਲ ਦਾ ਮਾਣ ਹੋਣ ਲੱਗ ਗਿਆ ਕਿ ਮੇਰਾ ਪੁੱਤ ਮੈਨੂੰ ਵੀ ਅਮਰ ਕਰ ਗਿਆ। ਸੋ ਇਹ ਇੱਕ ਬੜਾ ਵੱਡਾ ਕੰਮ ਹੈ। ਫਿਰ ਅਸੀਂ ਜਿਹੜਾ ਇਹਨਾਂ ਪਰਿਵਾਰਾਂ ਦੇ ਵਿੱਚ ਜਿੱਥੇ ਮਾਇਕ ਲੋੜਾਂ ਨੇ ਉਹ ਵੀ ਅਦਾ ਕਰ ਰਹੇ ਹਾਂ। ਉਹਦੇ ਵਿੱਚ ਅਸੀਂ ਜਿਹੜਾ ਪੈਸਾ ਦਿੰਦੇ ਹਾਂ ਨਾ, ਇਸ ਤਰ੍ਹਾਂ ਨਹੀਂ ਦਿੰਦੇ ਵੀ ਅਸੀਂ ਉਹਨਾਂ ਨੂੰ ਕੋਈ ਦਾਨ ਦੇਣ ਜਾ ਰਹੇ ਹਾਂ। ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਜ਼ਰੂਰਤਾਂ ਪੂਰੀਆਂ ਕਰ ਸਕਦੇ ਹਾਂ। ਜ਼ਰੂਰ ਨਹੀਂ, ਅਸੀਂ ਉਹਨਾਂ ਨੂੰ ਇਹ ਕਹਿੰਦੇ ਆ ਵੀ ਜ਼ਰੂਰਤਾਂ ਵੀ ਨਹੀਂ ਪੂਰੀਆਂ ਕਰ ਰਹੀਆਂ ਤੁਹਾਡੀਆਂ, ਅਸੀਂ ਤੁਹਾਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਖੁਦ ਕਾਬਿਲ ਕਰਨਾ ਹੈ। ਓਕੇ, ਵੀ ਤੁਸੀਂ ਬੇਟਾ ਦੱਸੋ, ਜੇ ਤੁਸੀਂ ਦੁਕਾਨ ਚਲਾਉਣੀ ਹੈ, ਦੁਕਾਨ ਤੇ ਇਨਵੈਸਟਮੈਂਟ ਕਰ ਦਿੰਦੇ ਆ। ਤੁਸੀਂ ਆਟੋ ਰਿਕਸ਼ਾ ਚਲਾਉਣਾ, ਤੁਹਾਨੂੰ ਆਟੋ ਰਿਕਸ਼ਾ ਲੈ ਦਿੰਦੇ ਆ। ਤੁਸੀਂ ਟੈਕਸੀ ਲੈਣੀ ਹੈ, ਟੈਕਸੀ ਲੈ ਦਿੰਦੇ ਆ। ਕੋਈ ਕਹਿੰਦਾ ਮੈਂ ਕਾਰਪੈਂਟਰੀ ਦਾ ਕੰਮ ਕਰਨਾ, ਤੂੰ ਸੰਦ ਲੈ ਲੈ। ਕਿਉਂਕਿ ਤੂੰ ਬੇਟਾ ਆਪਣਾ ਆਪਾਂ ਸ਼ੁਰੂ ਕਰ। ਕੋਈ ਕਹਿੰਦਾ ਮੈਂ ਪੋਲਟਰੀ ਫਾਰਮ ਲੈਣਾ ਹੈ, ਕੋਈ ਕਹਿੰਦਾ ਮੈਂ ਮਸ਼ਰੂਮ ਕਲਟੀਵੇਸ਼ਨ ਕਰਨੀ ਹੈ, ਕੋਈ ਕਹਿੰਦਾ ਮੈਨੂੰ ਮੱਝਾਂ ਲੈ ਦਿਓ। ਅਸੀਂ ਉਹਨਾਂ ਨੂੰ ਇਨਵੈਸਟਮੈਂਟ ਐਂ ਕਰਕੇ ਦਿੰਦੇ ਹਾਂ ਵੀ ਅਸੀਂ ਤੁਹਾਨੂੰ ਜੋ ਕਹੋਗੇ ਤੁਹਾਡੀ ਸਮਰੱਥਾ, ਇੱਛਾ ਮੁਤਾਬਕ ਤੁਹਾਡਾ ਕਾਰੋਬਾਰ ਸ਼ੁਰੂ ਕਰ ਦਿੰਦੇ ਹਾਂ। ਤੁਸੀਂ ਉਹਨੂੰ ਆਪਣਾ ਪੈਸਾ ਕਮਾਓ ਤੇ ਪਰਿਵਾਰ ਨੂੰ ਪਾਲੋ। ਇਸ ਢੰਗ ਨਾਲ ਅਸੀਂ ਮਾਇਕ ਸਹਿਯੋਗ ਕਰਦੇ ਹਾਂ। ਹਾਂ, ਕੁਝ ਇਹੋ ਜਿਹੇ ਕੇਸ ਨੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਨੌਜਵਾਨ ਬੱਚੇ ਦੀ ਸ਼ਹਾਦਤ ਹੋ ਗਈ ਹੈ ਤੇ ਘਰ ਵਿੱਚ ਹੁਣ ਕਮਾਉਣ ਵਾਲਾ ਹੀ ਕੋਈ ਨਹੀਂ। ਬਹੁਤ ਛੋਟੇ ਛੋਟੇ ਬੱਚੇ ਆ, 5ਵੀਂ 7ਵੀਂ 'ਚ ਪੜ੍ਹਦੇ ਆ। ਹੁਣ ਅਸੀਂ ਉਹਨਾਂ ਬੱਚਿਆਂ ਨੂੰ ਤਾਂ ਮਜ਼ਦੂਰੀ ਵੱਲ ਜਾਂ ਕੰਮ ਵੱਲ ਧੱਕ ਨਹੀਂ ਸਕਦੇ। ਅਸੀਂ ਚਾਹੁੰਦੇ ਹਾਂ ਕਿ ਉਹ ਬੱਚੇ ਪੜ੍ਹ ਲਿਖ ਕੇ ਉੱਚੇ ਅਹੁਦਿਆਂ ਤੇ ਪਹੁੰਚਣ। ਉਹਨਾਂ ਕੇਸਾਂ ਦੇ ਵਿੱਚ ਅਸੀਂ ਉਹਨਾਂ ਬੱਚਿਆਂ ਦੀਆਂ ਫੀਸਾਂ ਦਾ ਖਰਚਾ, ਉਹਨਾਂ ਦੇ ਪਰਿਵਾਰ ਦੀ ਰੋਟੀ ਪਾਣੀ ਦਾ ਖਰਚਾ, ਉਹਨਾਂ ਨੂੰ ਅਸੀਂ ਮੰਥਲੀ ਪੈਨਸ਼ਨ ਲਗਾ ਰਹੇ ਹਾਂ। ਸੋ ਇਸ ਕੰਮ 'ਚ ਜਿਹੜੀ ਵੱਡੀ ਗੱਲ ਇਹ ਹੈਗੀ ਨਾ, ਅਸੀਂ ਇਹ ਇੱਕ ਅੰਬਰੇਲਾ ਬਣਾਉਣੀ ਚਾਹੁੰਦੇ ਸੀਗੇ, ਜੋ ਅਸੀਂ 7 ਫਰਵਰੀ ਨੂੰ 5 ਵਾਈਸ ਚਾਂਸਲਰ ਨੇ ਸਾਡੀ ਜਦੋਂ ਵੈਬਸਾਈਟ ਨੂੰ ਰਿਲੀਜ਼ ਕੀਤਾ। ਵੀ ਆਮ ਤੌਰ ਤੇ ਕੀ ਹੁੰਦਾ, ਇਹੋ ਜਿਹੇ ਕੇਸਾਂ ਦੇ ਵਿੱਚ ਮੀਡੀਏ ਦੀ ਨਿਗਾਹ 'ਚ ਕੁਝ ਹਾਦਸੇ ਆ ਜਾਂਦੇ ਨੇ, ਉਹਨਾਂ ਨੂੰ ਸੰਗਤਾਂ ਤੱਕ ਪਹੁੰਚਾ ਦਿੰਦਾ ਹੈ ਕਿ ਸੰਸਥਾਵਾਂ ਦਾਨੀ ਸੱਜਣੋਂ ਤੱਕ ਪਹੁੰਚ ਕੇ ਹੈਲਪ ਕਰ ਦਿੰਦੇ ਨੇ, ਪਰ ਬਹੁਤ ਸਾਰਿਆਂ ਤੱਕ ਮੀਡੀਆ ਪਹੁੰਚ ਹੀ ਨਹੀਂ ਪਾਉਂਦਾ। ਤੇ ਕਿਸੇ ਅਸੀਂ ਚਾਹਾਂਗੇ, ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਅਸੀਂ ਆਪਣੇ ਅਦਾਰੇ ਵੱਲੋਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਇਹੋ ਜਿਹਾ ਇੱਕ ਨੰਬਰ ਦਿਓ ਹਿੰਦੁਸਤਾਨ ਦਾ, ਜਿਹਦੇ 'ਚ ਜੇ ਕਿਸੇ ਨੇ ਇੱਥੋਂ ਜੇ ਹੈਲਪ ਭੇਜਣੀ ਆ ਤਾਂ ਕੀ ਨੰਬਰ ਹੋ ਸਕਦਾ? ਹਾਂ ਦੇਖੋ, ਸਾਡਾ ਜਿਹੜਾ ਆਤਮ ਪ੍ਰਕਾਸ਼ ਸੋਸ਼ਲ ਵੈਲਫੇਅਰ ਕੌਂਸਲ ਦੇ ਹੈਲਪਲਾਈਨ ਨੰਬਰ ਨੇ 82880 10531 32 ਤੇ 33। ਓਕੇ, 82880 10531 32 33। ਬਾਕੀ ਸਾਡੀ ਵੈਬਸਾਈਟ ਦੋਸਤੋ, ਤੁਸੀਂ ਜਿਹੜਾ ਨੰਬਰ ਹੁਣੇ ਡਾਕਟਰ ਸਾਹਿਬ ਨੇ ਦੱਸਿਆ ਕਿ ਇਹ ਨੰਬਰ ਤੁਸੀਂ ਸਾਡੀ ਸਕਰੀਨ ਤੇ ਵੀ ਦੇਖ ਸਕਦੇ ਹੋ। ਇਸ ਤੋਂ ਬਾਅਦ ਜਦੋਂ ਸਾਡਾ ਪ੍ਰੋਗਰਾਮ ਖਤਮ ਹੋ ਜਾਊਗਾ, ਅਸੀਂ YouTube ਤੇ ਵੀ ਇਹ ਪ੍ਰੋਗਰਾਮ ਜਿਹੜਾ ਉਹ ਅਪਲੋਡ ਕਰਾਂਗੇ। ਤੁਸੀਂ ਉੱਥੋਂ ਵੀ ਦੇਖ ਸਕਦੇ ਹੋ। ਸਾਡਾ YouTube ਚੈਨਲ ਦਾ ਨਾਮ ਵੀ ਉਹੀ ਹੈ, ਜਿਵੇਂ ਕਿ ਤੁਹਾਨੂੰ ਪਤਾ ਕਿ ਪੰਜਾਬ ਮੇਲ USA। ਕਦੇ ਵੀ ਪੰਜਾਬ ਮੇਲ USA ਸਬਸਕ੍ਰਾਈਬ ਕਰਕੇ ਤੇ ਤੁਸੀਂ ਇਹ ਜਾਣਕਾਰੀ ਲੈ ਸਕਦੇ ਹੋ ਬਾਅਦ ਵਿੱਚ ਵੀ। ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ, ਮੈਂ ਇੱਕ ਵੈਬਸਾਈਟ ਵੀ ਨੋਟ ਕਰ ਲਓ, www.atamprakash.org। ਆਤਮ ਪ੍ਰਕਾਸ਼ ਦੇ ਸਪੈਲਿੰਗ ਦੱਸ ਦਿਓ। ਆਤਮ ATAM ਆਤਮ ਪ੍ਰਕਾਸ਼ PARGAS GAS ਨਾਲ ਪ੍ਰਕਾਸ਼ ਆਤਮ ਪ੍ਰਕਾਸ਼.org। ਓਕੇ, .org। ਹਾਂਜੀ। ਸੋ ਇਹਦੇ ਵਿੱਚ ਅਸੀਂ ਕੀ ਕਰਦੇ ਹੈਗੇ ਆ ਵੀ ਜਿਹੜੀ ਆਪਾਂ ਗੱਲ ਕਰ ਰਹੇ ਸੀ, ਕੁਝ ਕੇਸ ਤਾਂ ਨਿਗਾਹ 'ਚ ਆ ਜਾਂਦੇ ਨੇ ਜੀ ਤੇ ਕੁਝ ਰਹਿ ਜਾਂਦੇ। ਜਿਵੇਂ ਹੁਣ ਆਪਾਂ ਆਮ ਸੁਣਦੇ ਹਾਂ, ਹਰ ਬੁਲਾਰਾ ਪੋਲੀਟੀਸ਼ੀਅਨ ਗੱਲ ਕਰਦੇ ਨੇ, ਕੋਈ ਹੋਰ ਲੀਡਰ ਗੱਲ ਕਰਦਾ ਵੀ 750 ਕਿਸਾਨ ਸ਼ਹੀਦ ਹੋ ਗਏ, ਪਰ ਉਹ 750 ਕਿਹੜੇ ਨੇ, ਕਿੱਥੇ ਨੇ, ਕੋਈ ਇਤਿਹਾਸ ਹੈ ਉਹਨਾਂ ਦੀ ਪੁੱਛ ਪੜਤਾਲ ਹੈ ਨਹੀਂ, ਵੀ ਉਹਨਾਂ ਦੀ ਲਿਸਟ ਵੀ ਨਹੀਂ ਹੈ ਜੀ, ਲਿਸਟ ਵੀ ਹੈ ਨਾ। ਸੋ ਅਸੀਂ ਕੀ ਕਰ ਰਹੇ ਹਾਂ, ਅਸੀਂ ਇੱਕ ਆਰਕਾਈਵ ਖੜੀ ਕਰ ਦਿੱਤੀ ਹੈ ਸਾਡੀ ਵੈਬਸਾਈਟ ਦੇ ਉੱਤੇ। ਹਰ ਪਰਿਵਾਰ
ਦੀ ਡਿਟੇਲਡ ਜਾਣਕਾਰੀ, ਉਹ ਕੌਣ ਸੀ, ਉਹਦਾ ਬਰਥ ਕਦੋਂ ਹੋਇਆ, ਡੈਥ ਕਿੱਥੇ ਹੋਈ, ਡੈਥ ਦਾ ਕਾਰਨ ਕੀ ਸੀ, ਪੂਰੀਆਂ ਐਡਰੈਸ ਦੀਆਂ ਡਿਟੇਲਸ, ਪਰਿਵਾਰ ਦੀਆਂ ਫੋਟੋਆਂ, ਸ਼ਹੀਦ ਦੀ ਫੋਟੋ। ਅੱਛਾ, ਉਹਦੇ ਵਿੱਚ ਕੀ ਹੈਗਾ, ਇਹ ਅਸੀਂ ਪਹਿਲਾਂ ਤਾਂ ਉਸ ਪਰਿਵਾਰ ਨੂੰ ਰਿਵਿਊ ਕਰਦੇ ਹਾਂ ਆਪਣੀ ਵੈਬਸਾਈਟ ਤੇ ਰੱਖਣ ਤੋਂ ਪਹਿਲਾਂ। ਅਸੀਂ ਹੁਣ 300 ਤੋਂ ਉੱਪਰ ਪਰਿਵਾਰ ਰਿਵਿਊ ਕਰਕੇ ਸਾਡੀ ਵੈਬਸਾਈਟ ਤੇ ਆ ਚੁੱਕੇ ਹੋਏ ਨੇ ਜੀ। ਉਹ ਵੀ ਅਸੀਂ ਇਹ ਨਹੀਂ ਹੈਗਾ ਵੀ ਕਿਸੇ ਅਖਬਾਰ ਵਿੱਚੋਂ ਖਬਰ ਚੱਕੀ ਤੇ ਚੱਕ ਕੇ ਕਾਪੀ ਪੇਸਟ ਕਰਕੇ ਉੱਥੇ ਲਾਤੀ। ਸਾਡੀਆਂ 25 ਟੀਮਾਂ ਨੇ ਜਿਹੜੀਆਂ ਫੀਲਡ ਦੇ ਵਿੱਚ ਕੰਮ ਕਰਦੀਆਂ ਨੇ। ਇਕੱਲੇ ਸ਼ਹੀਦ ਦੇ ਪਰਿਵਾਰ ਨਾਲ ਬਹਿਨੇ ਆ, ਇੱਕ ਨਹੀਂ ਕਈ ਮੁਲਾਕਾਤਾਂ ਕਰਦੇ ਆ, ਗੱਲ ਸਮਝਦੇ ਆ, ਫਿਰ ਉਸ ਗੱਲ ਨੂੰ ਪਿੰਡ ਵਿੱਚੋਂ ਤਫਤੀਸ਼ ਕਰਾਉਂਦੇ ਹੋ, ਪਿੰਡ ਦੇ ਸਕੂਲ ਤੋਂ, ਲੰਬੜਦਾਰ ਤੋਂ, ਸਰਪੰਚ ਤੋਂ, ਹੋਰ ਮੋਹਤਵਾਰਾਂ ਤੋਂ। ਫਿਰ ਉਸ ਤੋਂ ਬਾਅਦ ਅਸੀਂ ਉਸ ਪਰਿਵਾਰ ਦੇ ਨਾਲ ਥਰੂ ਪ੍ਰੋਪਰ ਚੈਨਲ ਬੈਂਕ ਸਟੇਟਮੈਂਟ ਸਾਰੀਆਂ ਲੈਂਦੇ ਆ ਤੇ ਉਹ ਸਾਰੀ ਗੱਲਬਾਤ ਵਿੱਚ ਇੱਕ ਟੀਮ ਜਿਹੜੀ ਗ੍ਰਾਸ ਰੂਟ ਤੇ ਕੰਮ ਕਰ ਰਹੀ ਹੁੰਦੀ ਹੈ। ਸਾਨੂੰ ਔਸਤਨ ਜੀ ਇੱਕ ਪਰਿਵਾਰ ਦੇ ਲਗਭਗ 60 ਘੰਟੇ ਲੱਗ ਜਾਂਦੇ ਨੇ। ਓਕੇ। ਉਸ ਤੋਂ ਬਾਅਦ ਇੱਕ ਰਿਵਿਊ ਤਿਆਰ ਹੁੰਦਾ, ਇੱਕ ਰਿਪੋਰਟ ਤਿਆਰ ਹੁੰਦੀ ਹੈ, ਉਹ ਸਾਡੀ ਸੈਂਟਰਲ ਟੀਮ ਨੂੰ ਸਬਮਿਟ ਹੁੰਦੀ ਹੈ। ਜਿਹੜੀ ਗ੍ਰਾਸ ਰੂਟ ਵਾਲੀ ਟੀਮ ਹੈ ਸੈਂਟਰਲ ਟੀਮ ਨਾਲ ਫਿਰ ਘੰਟਿਆਂ ਬੱਧੀ ਉਸ ਪਰਿਵਾਰ ਨੂੰ ਡਿਸਕਸ ਕਰਦੀ ਹੈ। ਉਸ ਤੋਂ ਬਾਅਦ ਇੱਕ ਡਿਸੀਜਨ ਲਿਆ ਜਾਂਦਾ। ਕਹਿਣ ਦਾ ਮਤਲਬ ਇਹ ਵੀ ਥਰੂ ਪ੍ਰੋਪਰ ਚੈਨਲ ਹੋ ਗਿਆ। ਉਹ ਬੜਾ ਹੀ ਇਹ ਨਹੀਂ ਹੈਗਾ ਵੀ ਆ ਜਾਓ ਭਾਈ ਜਿਹੜਾ ਮਰਜ਼ੀ ਆ ਜਾਓ, ਉਹਦੀ ਪੁੱਛ ਪੜਤਾਲ ਕੀਤੀ ਜਾਂਦੀ ਹੈ, ਤਫਤੀਸ਼ ਕੀਤੀ ਜਾਂਦੀ ਆ, ਤਾਂ ਇਹ ਪਤਾ ਲੱਗਦਾ। ਡਾਕਟਰ ਸਾਹਿਬ ਆਪਾਂ ਹੁਣ ਥੋੜਾ ਜਿਹਾ ਮੈਂ ਇਹਨੂੰ ਗੱਲ ਨੂੰ ਹਜੇ ਮੁਕੰਮਲ ਕਰਦਾ, ਥੋੜਾ ਜਿਹਾ ਮੈਂ ਐਡ ਆਨ ਕਰਨਾ ਚਾਹੁੰਦਾ। ਉਹ ਹੈਗੀ ਵੀ ਇਹ ਸਾਰਾ ਫਾਈਨਲ ਹੋਣ ਤੋਂ ਬਾਅਦ ਅਸੀਂ ਡਿਸੀਜਨ ਲੈ ਲੈਂਦੇ ਹਾਂ ਕਿ ਇਸ ਪਰਿਵਾਰ ਨੂੰ ਆਹ ਸਹਿਯੋਗ ਦੇਣ ਦੀ ਲੋੜ ਹੈ, ਉਹ ਅਸੀਂ ਆਪਣੀ ਵੈਬਸਾਈਟ ਤੇ ਰੱਖ ਦਿੰਦੇ ਹਾਂ। ਔਰ ਜਿਹੜੀ ਵੱਡੀ ਇੱਥੇ ਗੱਲ ਹੋ ਰਿਹਾ, ਉਸ ਪਰਿਵਾਰ ਨੂੰ ਜਿਹੜੀ ਵੀ ਹੋਰ ਸੰਸਥਾ ਨੇ ਕੋਈ ਸਹਿਯੋਗ ਕੀਤਾ ਹੁੰਦਾ ਹੈ, ਅਸੀਂ ਉਹ ਉੱਥੇ ਐਕਨੋਲਜ ਕਰਦੇ ਹਾਂ। ਓਕੇ। ਕਿਉਂਕਿ ਜਿਸ ਫੈਮਿਲੀ ਕੋਲੇ ਅਸੀਂ ਗਏ ਆ, ਜੋ ਸਾਨੂੰ ਉਸ ਪਰਿਵਾਰ ਵੱਲੋਂ ਜਾਣਕਾਰੀ ਮਿਲ ਜਾਂਦੀ ਹੈ, ਜੇ ਪਰਿਵਾਰ ਕੁਝ ਲੁਕਾ ਨਾ ਰਿਹਾ ਹੋਵੇ ਤਾਂ ਅਸੀਂ ਉਹਨੂੰ ਕਹਿੰਦੇ ਆ ਵੀ ਤੂੰ ਓਨੈਸਟਲੀ ਦੱਸ ਤੈਨੂੰ ਕੀ ਮਿਲ ਚੁੱਕਿਆ ਤੇ ਇਹ ਵੀ ਦੱਸ ਤੈਨੂੰ ਕੀ ਹੋਰ ਚਾਹੀਦਾ ਹੈ। ਅਸੀਂ ਆਪਣੀ ਵੈਬਸਾਈਟ ਤੇ ਲਿਖ ਦਿੰਦੇ ਆ ਵੀ ਇਹ ਪਰਿਵਾਰ ਨੂੰ ਆਹ ਲੋੜ ਸੀ, ਇਹਦੇ ਵਿੱਚੋਂ ਇੰਨੀ ਲੋੜ ਫਲਾਣੀ ਸੰਸਥਾ ਨੇ, ਇੰਨੀ ਫਲਾਣੀ ਨੇ, ਇੰਨੀ ਫਲਾਣੀ ਨੇ, ਉਹਨੇ ਕੀਤੀ ਹੈ ਤੇ ਇਹਦੀਆਂ ਆਹ ਲੋੜਾਂ ਬਾਕੀ ਨੇ। ਤੇ ਜਿਹੜਾ ਦਾਨੀ ਸੱਜਣ ਹੋ ਰਿਹਾ ਹੈ ਪਰਿਵਾਰ ਨੂੰ ਦੇਖ ਕੇ ਅਡਾਪਟ ਕਰ ਲਵੇ ਤੇ ਬਾਕੀ ਦੀਆਂ ਪੂਰੀਆਂ ਕਰਦੇ, ਤਾਂ ਕਿ ਇੱਕ ਟਰਾਂਸਪੇਰੈਂਟ ਕੰਮ ਦਾ ਪਤਾ ਲੱਗੇ ਨਾ ਵੀ, ਕਿਉਂਕਿ ਦਾਨੀ ਸੱਜਣ ਤਾਂ ਜੀ ਪਰਮਾਤਮਾ ਨੇ ਬੜੇ ਪੈਦਾ ਕੀਤੇ ਆ, ਉਹ ਥਾਂ ਤੇ ਬੈਠੇ ਨੇ, ਬਟ ਵੱਡਾ ਕੰਮ ਹੈ ਤਾਂ ਡਾਟਾ ਹੀ ਨਹੀਂ ਅਵੇਲੇਬਲ, ਕਿਹੜਾ ਪਰਿਵਾਰ ਹੈ, ਕਿਹੜੀ ਲੋੜ ਹੈ, ਕਿਹੜੀ ਪੂਰੀ ਹੋਊਗੀ, ਕਿਹੜੀ ਰਹਿ ਗਈ। ਨਹੀਂ ਤਾਂ ਕਈਆਂ ਨੂੰ ਲੋਕਾਂ ਨੇ ਬਹੁਤ ਕਰ ਦੇਣਾ, ਕਈਆਂ ਕਿਸੇ ਨੇ ਵੀ ਜਾਣਾ। ਸੋ ਅਸੀਂ ਇਹ ਇਰਾਦਾ ਦ੍ਰਿੜ ਕੀਤਾ ਹੋਇਆ ਹੈ। ਸਾਡੇ ਕੋਲੇ ਹੁਣ ਤੱਕ 837 ਕੇਸ ਰਜਿਸਟਰ ਹੋਏ ਨੇ। ਅਸੀਂ ਹੁਣ ਤੱਕ 300 ਤੋਂ ਵੱਧ ਰਿਵਿਊ ਕਰ ਚੁੱਕੇ 286 ਅਸੀਂ ਅਡਾਪਟ ਕਰ ਚੁੱਕੇ ਹਾਂ। ਇਹ 837 ਦੇ 37 ਅਸੀਂ ਕਰਨੇ ਨੇ ਔਰ ਸਾਨੂੰ ਇਹ ਹੌਲੀ ਅੱਗੇ ਮਿਲ ਰਹੇ ਨੇ। ਪਤਾ ਕੀ, ਅਸੀਂ ਇੱਕ ਪਿੰਡ 'ਚ ਗਏ, ਉੱਥੋਂ ਜਾ ਕੇ ਪਤਾ ਲੱਗਿਆ ਵੀ ਉਹ ਨਾਲ 4 ਪਿੰਡ ਛੱਡ ਕੇ ਇੱਕ ਉੱਥੋਂ ਦਾ ਵੀ ਵਿਚਾਰਾ ਕਿਰਤੀ ਸ਼ਹੀਦ ਹੋਇਆ, ਕਿ ਮੀਡੀਆ 'ਚ ਨਹੀਂ ਆਇਆ। ਸੋ ਇਹ ਗਿਣਤੀ ਹੋ ਸਕਦਾ ਇਹ ਵੱਧ ਹੀ ਜਾਵੇ ਤੇ ਹੋ ਸਕਦਾ ਘਟ ਵੀ ਜਾਵੇ, ਕਿਉਂਕਿ ਕਈ ਥਾਵੇਂ ਸਾਨੂੰ ਇਹ ਵੀ ਪਤਾ ਲੱਗਦਾ ਵੀ ਇਹ ਬੰਦੇ ਦੀ ਖਬਰ ਉਹਨੇ ਲਵਾ ਲਈ ਕਿਸੇ ਨੂੰ ਕਹਿ ਕੇ ਇੱਕ ਵਾਰ, ਕਿਸੇ ਹੋਰ ਕਾਰਨ ਕਰਕੇ। ਹਾਂ, ਇਹਦਾ ਅੰਦੋਲਨ ਨਾਲ ਇਹੋ ਜਿਹੇ ਕੇਸ ਵੀ ਹੈਗੇ ਨੇ। ਸੋ ਇਹ ਕੱਚਾ ਡਾਟਾ ਜੋ ਸਾਡੇ ਕੋਲੇ ਰਿਕਾਰਡ ਹੋ ਚੁੱਕਿਆ, ਪਰ ਅਸੀਂ ਉਹਨੂੰ ਕੱਲੇ ਨੂੰ ਰਿਵਿਊ ਕਰਾਂਗੇ ਔਰ ਸਾਨੂੰ ਅਸੀਂ ਬਹੁਤ ਕਮਿਟਡ ਆ। ਓਨੈਸਟਲੀ ਸਾਨੂੰ ਸਾਲ ਲੱਗ ਜਾਵੇ, 1.5 ਸਾਲ ਲੱਗ ਜਾਵੇ, ਅਸੀਂ ਇਹ ਹਿਸਟਰੀ ਨੂੰ ਸੰਭਾਲ ਲੈਣਾ ਹੈ। 837 ਦਾ ਜੋ ਸਾਡੇ ਕੋਲ ਅੱਜ ਦਾ ਰਿਕਾਰਡ ਹੈ, 839 ਦਾ, ਇਹਨੂੰ ਕੱਲੇ ਨੂੰ ਰਿਵਿਊ ਕਰਕੇ ਅਸੀਂ ਬਿਲਕੁਲ ਟਰਾਂਸਪੇਰੈਂਟ ਆਪਣੀ ਵੈਬਸਾਈਟ ਤੇ ਰੱਖ ਦੇਣਾ ਵੀ ਆਹ ਲੋਕ, ਤਾਂ ਕਿ ਸਾਡਾ ਇਤਿਹਾਸ ਬਣ ਜਾਣਾ ਵੀ ਇਹ ਲੋਕਾਂ ਨੇ ਉਦੋਂ ਕੁਰਬਾਨੀਆਂ ਕੀਤੀਆਂ। ਤੇ ਅਸੀਂ ਫਿਰ ਜੀ ਹਰ ਪਰਿਵਾਰ ਨੂੰ ਪਰਿਵਾਰ ਨੂੰ ਮਤਲਬ ਕਿ ਇਦਾਂ ਨਹੀਂ ਰਹਿਣ ਦੇਣਾ ਕਿ ਉਦਾਂ ਹੀ ਦਿਹਾੜੀਦਾਰੀ ਰਹੇ। ਅਸੀਂ ਉਹਦੇ ਬੱਚਿਆਂ ਨੂੰ ਪੜ੍ਹਾ ਕੇ ਉਹਨਾਂ ਨੂੰ ਗੈਸਟਡ ਪੋਜੀਸ਼ਨ ਤੱਕ ਪਹੁੰਚਾਉਣ ਦੇ ਲਈ ਕੋਸ਼ਿਸ਼ ਕਰ ਰਹੇ ਹਾਂ। ਔਰ ਮੈਂ ਇਹ ਵੀ ਤੁਹਾਡੇ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ, ਮਤਲਬ ਕਿ ਇਹਦੇ ਵਿੱਚੋਂ 80% ਤੋਂ ਵੱਧ ਪਰਿਵਾਰ ਉਹ ਨੇ ਜਿਨ੍ਹਾਂ ਦੇ ਪਰਿਵਾਰ ਵਿੱਚ ਕਦੀ ਕਿਸੇ ਨੇ 10ਵੀਂ ਦਾ ਇਮਤਿਹਾਨ ਪਾਸ ਨਹੀਂ ਕੀਤਾ। ਮਤਲਬ ਕਿ ਇਹਨਾਂ ਪਰਿਵਾਰਾਂ ਨੂੰ ਚੱਕਣਾ ਕਿੰਨਾ ਜ਼ਰੂਰੀ ਹੈ। ਐਡਾ ਵੱਡਾ ਅੰਦੋਲਨ ਜੇ ਫਤਿਹ ਹੋਇਆ ਤਾਂ ਇਹ ਉਹ ਲੋਕ ਨੇ ਜਿਨ੍ਹਾਂ ਨੇ ਇਸ ਨੂੰ ਉੱਥੇ ਬਹਿ ਗਏ ਕਿ ਹੁਣ ਮਰਾਂਗੇ ਤੇ ਜਿੱਤ ਕੇ ਜਾਵਾਂਗੇ, ਉਹਨਾਂ ਨੂੰ ਸੰਭਾਲਣਾ ਬੜਾ ਜ਼ਰੂਰੀ ਹੈ। ਜੇ ਅਸੀਂ ਇਹਨਾਂ ਨੂੰ ਭੁੱਲ ਗਏ ਤਾਂ ਫਿਰ ਇਤਿਹਾਸ ਸਾਨੂੰ ਮਾਫ ਨਹੀਂ ਕਰੂਗਾ। ਗਾਹਾਂ ਲੋਕੀ, ਅੱਛਾ ਫਿਰ ਅਸੀਂ ਹੋਰ ਕੰਮ ਕਰ ਰਹੇ ਹਾਂ। ਇਹ ਜਿੰਨੇ ਸ਼ਹੀਦ ਨੇ, ਅਜੇ ਤਾਂ ਹੁਣ ਗਾਹਾਂ ਸੌਣ ਆਉਣਾ ਹੈ, ਜਦੋਂ ਸੌਣ ਦਾ ਮਹੀਨਾ ਆਉਣਾ ਨਾ, ਸਾਡਾ ਇਹ ਵਿਉਂਤਬੰਦੀ ਵਿੱਚ ਹੈਗਾ ਵੀ ਹਰ ਸ਼ਹੀਦ ਦੇ ਪਿੰਡ ਦੇ ਸਕੂਲ ਵਿੱਚ ਤਰਵੈਣੀ ਲਾਉਣੀ ਹੈ। ਮੈਂ ਪਿੱਪਲ ਹੈਗਾ, ਨਿੰਮ ਹੈਗਾ, ਹੈ ਨਾ, ਇਹ ਬੋਰਡ ਹੈਗਾ, ਇਹ 3 ਦਰਖਤ ਸਾਡੇ ਲੱਗਦੇ ਹੁੰਦੇ ਸੀਗੇ ਤਰਵੈਣੀਆਂ। ਤੇ ਇਹ ਤਰਵੈਣੀਆਂ
ਦੀ ਆਪਣੀ ਮੈਡੀਸਨਲ ਵੈਲਿਊ ਵੀ ਹੈ, ਸਾਡੇ ਵਿਰਸੇ ਦਾ ਅੰਗ ਵੀ ਹੈ, ਤਾਂ ਕਿ ਉਸ ਸ਼ਹੀਦ ਦੀ ਯਾਦ ਵਿੱਚ ਪਿੰਡ ਦੇ ਸਕੂਲ ਵਿੱਚ ਇਹ 3 ਦਰਖਤ ਲੱਗਣ, ਉੱਥੇ ਬਕਾਇਦਾ ਸ਼ਹੀਦ ਦਾ ਇਤਿਹਾਸ ਲਿਖਿਆ ਜਾਵੇ, ਉਸ ਪਿੰਡ ਦੇ ਸਕੂਲ ਦੇ ਬੱਚੇ ਉਹਨਾਂ ਦਰਖਤਾਂ ਦੀ ਛਾਵੇਂ ਖੇਡਣ ਪਲਣ, ਤੇ ਉਹੋ ਜਿਹੇ ਸ਼ਹੀਦ ਹੋਰ ਸਾਡੀਆਂ ਬਾਲਪਨੀ ਚੋਂ ਪੈਦਾ ਹੋਣ, ਤਾਂ ਕਿ ਆਉਣ ਵਾਲੇ ਸਮੇਂ ਜਦੋਂ ਜ਼ਬਰ ਜਨਾਹ ਹੋਵੇ ਤਾਂ ਜ਼ੁਲਮ ਦਾ ਨਾਸ਼ ਕਰਨੀ ਸਾਡੀ ਸਕੂਲਾਂ ਦੀ ਪਨੀਰੀ ਤਿਆਰ ਹੋਵੇ। ਸੋ ਇਹ ਸਾਡਾ ਇੱਕ ਬਹੁਤ ਵਿਉਂਤਵੱਧ ਕੰਮ ਹੈ ਜਿਹਨੇ ਆਉਣ ਵਾਲੇ 20-25 ਸਾਲ ਚੱਲਣਾ, ਔਰ ਅਸੀਂ ਮਤਲਬ ਕਿ ਇਸ ਕੰਮ ਨੂੰ ਬਹੁਤ ਹੀ ਨਿਸ਼ਕਾਮ ਔਰ ਇੱਕ ਪ੍ਰੋਫੈਸ਼ਨਲ ਢੰਗ ਨਾਲ, ਡੈਡੀਕੇਟਡ ਬਿਰਤੀ ਨਾਲ ਹਰ ਚੀਜ਼ ਨੂੰ ਆਪਣੀ ਵੈਬਸਾਈਟ ਤੇ ਡਾਕੂਮੈਂਟ ਕਰ ਰਹੇ। ਸਾਡੀ ਵੈਬਸਾਈਟ ਤੇ ਜਾਓਗੇ, ਇਕੱਲੇ ਪਰਿਵਾਰ ਦੀਆਂ ਡਿਟੇਲਸ ਤੁਹਾਨੂੰ ਮਿਲਣਗੀਆਂ। ਸੋ ਮੈਂ ਆਸ ਕਰਦਾ ਤੁਹਾਡੇ ਸਰੋਤੇ ਇਸ ਕਾਰਜ ਨੂੰ ਦੇਖਣਗੇ ਵੀ ਔਰ ਇਹਦਾ ਹਿੱਸਾ ਵੀ ਬਣਨਗੇ। ਅੰਦੋਲਨ ਤਾਂ ਸਮਾਪਤ ਹੋ ਗਿਆ, ਪਰ ਇਹ ਕੰਮ ਅਜੇ 20 ਸਾਲ ਸਮਾਪਤ ਨਹੀਂ ਹੋਣਾ, ਕਿਉਂਕਿ ਬੱਚੇ ਜਿਹੜੇ 5-5 7-7 ਸਾਲ ਦੇ ਨੇ, ਇਹਨਾਂ ਨੇ ਪੜ੍ਹਨਾ ਹੈ, ਨੌਕਰੀਆਂ ਤੱਕ ਜਾਣਾ ਹੈ। ਇਹ ਸਾਡੀ ਸਮਾਜ ਦੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੈ ਕਿ ਇਹਨਾਂ ਪਰਿਵਾਰਾਂ ਨੂੰ ਅਸੀਂ ਸੰਭਾਲ ਲਈਏ। ਸੋ ਤੁਹਾਡੇ ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਜਿਹੜੇ ਵਿਚਾਰ ਰੱਖੇ ਆ। ਇਹ ਵੀ ਜ਼ਰੂਰੀ ਸੀ ਵੀ ਅੰਦੋਲਨ ਖਤਮ ਹੋ ਗਿਆ, ਅੰਦੋਲਨ ਤੋਂ ਬਾਅਦ ਇਹ ਵੀ ਜ਼ਰੂਰੀ ਆ ਕਿ ਜਿਹੜੀਆਂ ਉਦੋਂ ਆਪਣੇ ਨਾਲ ਘਟਨਾਵਾਂ ਹੋਈਆਂ, ਕੋਈ ਸ਼ਹੀਦੀਆਂ ਪਾ ਗਏ ਜਾਂ ਮਾਰੇ ਗਏ, ਉਹਨਾਂ ਨੂੰ ਵੀ ਸੰਭਾਲਣਾ, ਉਹਨਾਂ ਦੇ ਪਰਿਵਾਰਾਂ ਨੂੰ ਸੰਭਾਲਣਾ, ਕਿਉਂ ਇਹ ਬੜਾ ਜ਼ਰੂਰੀ ਸੀ। ਬਹੁਤ ਵਧੀਆ ਤੁਸੀਂ ਇਹ ਜਿਹੜਾ ਕੰਮ ਕਰ ਰਹੇ ਹੋ। ਅਖੀਰ 'ਚ ਅੰਦੋਲਨ ਖਤਮ ਹੋ ਗਿਆ, ਕਿਸਾਨ ਜਥੇਬੰਦੀਆਂ 32 ਸੀ, 32 ਜਥੇਬੰਦੀਆਂ 'ਚੋਂ ਕੁਛ ਜਥੇਬੰਦੀਆਂ ਕਹਿ ਲਓ ਵੀ 21-22 ਜਥੇਬੰਦੀਆਂ ਇਹ ਕਹਿ ਰਹੀਆਂ ਕਿ ਅਸੀਂ ਇਲੈਕਸ਼ਨ ਲੜਨੀ ਆ। ਉਹਨਾਂ ਨੇ ਆਪਣੀ ਇੱਕ ਨਵੇਂ ਜਥੇਬੰਦੀ ਬਣਾ ਲਈ ਆ। ਕੁਛ ਜਥੇਬੰਦੀਆਂ ਜਿਹੜੀਆਂ ਉਹਨਾਂ ਨੂੰ ਮਤਲਬ ਰਿਜੈਕਟ ਕੀਤਾ ਵੀ ਅਸੀਂ ਇਲੈਕਸ਼ਨਾਂ 'ਚ ਆਪਣੀ ਇਨਵੋਲਵਮੈਂਟ ਨਹੀਂ ਕਰਾਂਗੇ। ਤੁਹਾਡਾ ਉਹਦੇ ਬਾਰੇ ਕੀ ਵਿਚਾਰ? ਦੇਖੋ ਜੀ, ਇਹ ਤੁਸੀਂ ਸਵਾਲ ਨਾ ਮਹੱਤਵਪੂਰਨ ਵੀ ਹੈਗਾ, ਤੇ ਬਟ ਮੈਂ ਇਹਦਾ ਹੁਣ ਜਵਾਬ ਤੁਹਾਨੂੰ ਕਿਸ ਦਾਇਰੇ ਵਿੱਚ ਜਾ ਕੇ ਦੇਵਾਂ। ਮੈਨੂੰ ਉਹ ਪੰਕਤੀ ਯਾਦ ਰੱਖਣੀ ਪਵੇਗੀ ਜਿਹੜੀ ਮੈਂ ਪ੍ਰਾਈਮ ਮਿਨਿਸਟਰ ਇੰਡੀਆ ਨੂੰ ਖਤ ਲਿਖਣ ਵੇਲੇ ਲਿਖੀ ਸੀ, ਆਈ ਐਮ ਨੀਦਰ ਏ ਟੈਰਰਿਸਟ ਨੋਰ ਏ ਪੋਲੀਟੀਸ਼ੀਅਨ ਐਂਡ ਰਾਈਟਿੰਗ ਯੂ ਇਨ ਦ ਕੈਪੈਸਿਟੀ ਆਫ ਅਕੈਡਮਿਸ਼ੀਅਨ ਡੈਡੀਕੇਟਡ ਫਾਰ ਦ ਵੈਲਫੇਅਰ ਆਫ ਦ ਫਾਰਮਿੰਗ ਕਮਿਊਨਿਟੀ। ਸੋ ਮੈਂ ਇਸ ਵੇਲੇ ਜੇ ਮੈਂ ਕੋਈ ਸਟੇਟਮੈਂਟ ਦਿੰਦਾ ਤਾਂ ਮੈਨੂੰ ਲੱਗਦਾ ਮੈਂ ਉਹ ਫਿਰ ਲਾਈਨ ਤੋਂ ਬਣ ਜਾਓਗੇ। ਹਾਂ, ਪਤਾ ਕੀ ਹੈ, ਬੰਦੇ ਦਾ ਕਿਰਦਾਰ ਹੀ ਹੁੰਦਾ ਜਿਹਦੇ ਖੜਦਾ ਬੰਦਾ ਪੱਬਾਂ ਦੇ ਭਾਰ। ਤਾਂ ਮੈਂ ਉਸ ਕਿਰਦਾਰ ਤੇ ਖੜਾ ਰਹਿਣਾ ਚਾਹੁੰਦਾ। ਤੇ ਮੈਂ ਇਹ ਠੀਕ ਹੈ, ਭਾਵੇਂ ਮਹੱਤਵਪੂਰਨ ਵਿਸ਼ਾ, ਮੈਂ ਨਹੀਂ ਕਹਿੰਦਾ ਵੀ ਮੈਂ ਵੀ ਵੋਟ ਪਾਉਣਾ। ਹਰ ਬੰਦਾ ਉਸ ਢੰਗ ਨਾਲ। ਤੁਸੀਂ ਵੋਟ ਪਾਓਗੇ ਜ਼ਿਮੀਂਦਾਰਾਂ ਨੂੰ? ਦੇਖੋ, ਮੈਂ ਤੁਹਾਨੂੰ ਉਹੀ ਗੱਲ ਕਹਿਣੀ ਚਾਹੁੰਦਾ ਵੀ ਇਹ ਜਿਹੜੀ ਚੀਜ਼ ਹੈਗੀ ਨਾ, ਇਹਦੇ ਵਿੱਚ ਗੱਲ ਨੂੰ ਆਪਾਂ ਉਸ ਤੰਦ ਨੂੰ ਜੇ ਅਸੀਂ ਛੇੜ ਹੀ ਲਈ ਹੈ ਤੇ ਢੰਗ ਨਾਲ ਮੈਂ ਇਹਨੂੰ ਹੁਣ ਫਰੋਲਣੀ ਵੀ ਚਾਹੁੰਦਾ। ਜੇ ਅਸੀਂ ਹੁਣ ਛੇੜ ਹੀ ਲਈ ਹੈ ਤਾਂ ਮੈਂ ਨਾ ਤਾਂ ਪੋਲੀਟੀਸ਼ੀਅਨ ਹਾਂ ਤੇ ਨਾ ਹੀ ਭਵਿੱਖ ਦੇ ਏਜੰਡੇ ਵਿੱਚ ਬਣਨਾ ਚਾਹੁੰਦਾ। ਤੇ ਇਸ ਕਰਕੇ ਮੈਂ, ਕਿਉਂਕਿ ਹਰ ਬੰਦਾ ਇਨਸਾਈਕਲੋਪੀਡੀਆ ਨਹੀਂ ਹੁੰਦਾ, ਹਰ ਬੰਦਾ ਹਰ ਵਿਸ਼ੇ ਆਪਣੀ ਟੰਗ ਜੀ ਫਸਾਈ ਜਾਵੇ ਤੇ ਉਹ ਫਿਰ ਐਵੇਂ ਨੀਮ ਹਕੀਮੀ ਜੀ ਹੁੰਦੀ ਹੈ। ਕਿਉਂਕਿ ਮੈਨੂੰ ਉਹ ਪੋਲੀਟਿਕਸ ਦੀਆਂ ਤੰਦਾਂ ਨੂੰ ਮੈਂ ਕਦੀ ਉੱਦਾਂ ਤਾਂ ਛਾਣਿਆ ਬਿਣਿਆ ਨਹੀਂ ਹੈਗਾ। ਮੈਂ ਉੱਤੇ ਕੋਈ ਵੀ ਕਮੈਂਟ ਜੇ ਕਰੂੰਗਾ ਵੀ ਤਾਂ ਉਹ ਬੜਾ ਪ੍ਰੀਮੈਚੁਰ ਹੋਊਗਾ ਤੇ ਮੇਰੇ ਵਿਸ਼ੇ ਤੋਂ ਬਾਹਰ ਹੋਊਗਾ। ਇਸ ਕਰਕੇ ਮੈਂ ਕਰਨਾ ਨਹੀਂ ਚਾਹੁੰਦਾ। ਬਟ ਮੈਂ ਤੁਹਾਡੇ ਇਸ ਸਵਾਲ ਦੇ ਜਵਾਬ ਵਿੱਚ ਗੱਲ ਕਹਿਣੀ ਚਾਹੁੰਦਾ, ਉਹ ਇਹ ਹੈ, ਪਾਰਟੀ ਕੋਈ ਵੀ ਹੋਵੇ, ABCDE, ਨਾ ਮੇਰਾ ਕਿਸੇ ਨਾਲ ਤਾਲੁਕ ਰਿਹਾ ਤੇ ਨਾ ਹੀ ਮੈਂ ਕਦੀ ਭਵਿੱਖ 'ਚ ਬਣਾਉਣਾ ਹੈ। ਠੀਕ ਹੈ। ਪਰ ਕਿਸੇ ਦੇ ਕੋਲ ਵੀ ਸੱਚਿਆਰ ਮਨੁੱਖ ਨਹੀਂ ਹੈਗੇ ਜੀ। ਇੱਕ ਟਰੂਥਫੁਲ ਹਿਊਮਨ ਬੀਇੰਗ ਦੀ ਸਾਡੀ ਪੈਦਾਇਸ਼ ਹੀ ਨਹੀਂ ਹੋਈ। ਵਿਦਿਅਕ ਅਦਾਰਿਆਂ ਵਿੱਚ ਅਸੀਂ ਪੈਸੇ ਕਮਾਉਣ ਵਾਲੀਆਂ ਮਸ਼ੀਨਾਂ ਪੈਦਾ ਕਰਦੇ ਹਾਂ ਜੀ। ਡਾਕਟਰ ਹੈ, ਉਹਦੀ ਟੈਂਕੀ ਦੇ ਵਿੱਚੋਂ ਕਰੋੜਾਂ ਰੁਪਇਆ ਨਿਕਲ ਰਿਹਾ। ਇੰਜੀਨੀਅਰ ਉਹਦੇ ਪੁਲ ਡਿੱਗ ਰਹੇ ਨੇ। ਵਿਗਿਆਨੀ ਹੈ, ਉਹ ਆਪਣੇ ਕੰਮ ਨੂੰ ਕਿਸੇ ਗਲਤ ਢੰਗ ਨਾਲ ਕਰ ਰਿਹਾ ਜਾਂ ਆਪਣੇ ਉੱਚੇ ਰੁਤਬਿਆਂ ਦੇ ਲਈ ਆਪਣੇ ਈਮਾਨ ਨੂੰ ਵੇਚ ਦਿੰਦਾ। ਇਹਦਾ ਮਤਲਬ ਇਹ ਹੈ, ਤੁਸੀਂ ਪੋਲੀਟਿਕਸ ਦੀ ਗੱਲ ਕਰ ਲਵੋ, ਪਰ ਮੈਨੂੰ ਇਹ ਦੱਸੋ ਬਾਜ਼ਾਰ ਦੇ ਵਿੱਚ ਸੱਚਿਆਰ ਮਨੁੱਖ ਕਿੱਥੇ ਨੇ? ਟਰੂਥਫੁਲ ਹਿਊਮਨ ਬੀਇੰਗਸ ਕਿਹੜੇ ਨੇ? ABCDE ਕਿਹੜੀ ਪਾਰਟੀ ਕੋਲੇ ਨੇ? ਜੇ ਕਿਸੇ ਕੋਲੇ ਵੀ ਨਹੀਂ ਤਾਂ ਇਸ ਪੋਲੀਟਿਕਸ ਨੂੰ ਡਿਸਕਸ ਕਰਨ ਤੋਂ ਪਹਿਲਾਂ ਇੱਕ ਬਹੁਤ ਮਹੱਤਵਪੂਰਨ ਵਿਸ਼ਾ ਇਹ ਹੈ ਕਿ ਅਸੀਂ ਸੱਚਿਆਰ ਮਨੁੱਖਾਂ ਦਾ ਕਾਫਲਾ ਤਿਆਰ ਕਰਨ ਦਾ ਗੱਲ ਕਰੀਏ, ਪੈਦਾਇਸ਼। ਤੇ ਉਹਦੇ ਲਈ ਮੈਂ ਸਿਰ ਸੁੱਟ ਕੇ ਲੱਗਿਆ ਹੋਇਆ। ਤੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ, ਅਸੀਂ 29 ਦਸੰਬਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਸ਼ਹੀਦ ਹੋਏ ਕਿਸਾਨਾਂ ਦੀ ਪਰਿਵਾਰਾਂ ਦੀ ਸੰਭਾਲ ਲਈ ਇੱਕ ਪ੍ਰਣ ਸਮਾਗਮ ਰੱਖਿਆ ਸੀ। ਉੱਥੇ ਅਸੀਂ ਇੱਕ ਅਨਾਊਂਸਮੈਂਟ ਕੀਤੀ, ਅਸੀਂ ਪੰਜਾਬ ਦੇ ਵਿੱਚ ਇੱਕ ਸਕੂਲ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਐਸਟੈਬਲਿਸ਼ ਕਰਨ ਜਾ ਰਹੇ ਹਾਂ। ਵੀ ਉਹ ਸਕੂਲ ਕੀ ਕਰੇਗਾ? ਉਹਦਾ ਨਾਂ ਹੈ ਸਕੂਲ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ। ਉਹ ਦੇਸ਼ ਨੂੰ ਮਨੁੱਖੀ ਵਸੀਲਿਆਂ ਦਾ ਵਿਕਾਸ ਕਰਕੇ ਦੇਵੇਗਾ। ਹੁਣ ਸਾਡੇ ਕੋਲੇ ਵਿਦਿਅਕ ਅਦਾਰੇ ਨੇ, ਮੈਨੂੰ ਕਹਿਣ 'ਚ ਕੋਈ ਝਿਜਕ ਨਹੀਂ, ਇਹ ਦੁਕਾਨਾਂ ਨੇ ਜੀ।
ਜੀ ਇਹ ਵਿਦਿਆ ਦਾ ਵਪਾਰ ਕਰਦੇ ਨੇ ਜੀ ਜੀ ਤੇ ਇਹ ਵਿਦਿਆ ਦਾ ਵਪਾਰ ਛੱਡ ਕੇ ਅਸੀਂ ਉਸ ਸਕੂਲ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਵਿੱਚ ਮਨੁੱਖੀ ਵਸੀਲਿਆਂ ਦੀ ਘਾਟ ਕਢਾਂਗੇ, ਉੱਥੋਂ ਗਦਰੀ ਬਾਬੇ ਪੈਦਾ ਕਰਾਂਗੇ, ਉੱਥੋਂ ਕਰਤਾਰ ਸਿੰਘ ਸਰਾਭਾ ਪੈਦਾ ਕਰਾਂਗੇ, ਉੱਥੋਂ ਉਦਮ ਸਿੰਘ ਪੈਦਾ ਹੋਵੇਗਾ, ਉੱਥੋਂ ਅਸੀਂ ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ, ਜਨਰਲ ਮੋਹਨ ਸਿੰਘ, ਚੰਦਰ ਸ਼ੇਖਰ ਆਜ਼ਾਦ, ਸੁਭਾਸ਼ ਚੰਦਰ ਬੋਸ ਪੈਦਾ ਕਰਾਂਗੇ ਜਿਹੜੇ ਸਾਡੇ ਦੇਸ਼ ਨੂੰ ਬਚਾਵੇਗਾ। ਤੇ ਇਹ ਲੋਕ ਫਿਰ ਪੋਲਿਟਿਕਸ ਵੀ ਕਰ ਲੈਣਗੇ। ਮੈਨੂੰ ਲੱਗਦਾ ਸਾਡੇ ਕੋਲੇ ਪੋਲਿਟਿਕਸ ਕਰਨ ਵਾਲੇ ਬੰਦੇ ਹੀ ਨਹੀਂ ਹੈਗੇ, ਅਸੀਂ ਉਹ ਐਵੇਂ ਪਾਣੀ 'ਚ ਮਧਾਣੀ ਪਾ ਕੇ ਰਿੜਕੀ ਜਾਵਾਂਗੇ। ਸੋ ਇਸ ਕਰਕੇ ਮੈਂ ਆਪਣੇ ਆਪ ਨੂੰ ਇਸ ਵਿਸ਼ੇ ਤੋਂ ਲਾਂਭੇ ਰੱਖਦਾ ਹੋਇਆ ਤੁਹਾਡੇ ਸਰੋਤਿਆਂ ਦਾ ਧਿਆਨ ਇੱਧਰ ਲਿਆਉਣਾ ਚਾਹੁੰਦਾ ਕਿ ਇਹਦੇ ਨਾਲ ਰਿਲੇਟਡ ਇੱਕ ਆਖਰੀ ਸਵਾਲ, ਉਸ ਤੋਂ ਬਾਅਦ ਆਪਣਾ ਸਮਾਂ ਆਲਰੇਡੀ ਹੋ ਗਿਆ। ਇੱਕ ਸਵਾਲ ਮੈਂ ਪੁੱਛਣਾ ਚਾਹੁੰਦਾ ਕਿ ਜਿਵੇਂ ਤੁਸੀਂ ਇੱਕ ਮੈਡਲ, 골ਡ ਮੈਡਲ ਜਿਵੇਂ ਆਪਾਂ ਸ਼ੁਰੂ ਕੀਤਾ ਸੀਗਾ, ਉਹਦੇ ਬਾਰੇ ਦੱਸਿਆ, ਤੁਸੀਂ ਮੋੜਿਆ, ਤੁਸੀਂ ਲਾਈਮਲਾਈਟ 'ਚ ਆ ਗਏ, ਤੁਹਾਨੂੰ ਕਿਸੇ ਪੋਲੀਟੀਕਲ ਪਾਰਟੀ ਨੇ ਅਪਰੋਚ ਕੀਤਾ ਕਿ ਤੁਸੀਂ ਸਾਡੇ ਕੈਂਡੀਡੇਟ ਬਣੋ? ਬਿਲਕੁਲ ਜੀ ਕੀਤਾ। ਇੱਕ ਨੇ ਨਹੀਂ ਕੀਤਾ, 2-3 ਨੇ ਕੀਤਾ। ਇੱਕ ਪਾਰਟੀ ਤਾਂ ਮੈਨੂੰ ਐਗਰੀਕਲਚਰ ਮਿਨਿਸਟਰ ਬਾਰੇ ਵੀ ਕਹਿ ਰਹੀ ਸੀਗੀ, ਬਟ ਮੈਂ ਕਿਹਾ ਮੇਰਾ ਰਸਤਾ ਹੋ ਰਿਹਾ, ਮੇਰੇ ਕੋਲ ਕੰਮ ਬਹੁਤ ਵੱਡੇ ਮੈਂ ਸੋਚੀ ਬੈਠਾ। ਤੇ ਹੁਣ ਦੀਆਂ ਇਲੈਕਸ਼ਨ ਦੇ ਵਿੱਚ ਵੀ ਬਟ ਠੀਕ ਹੈ, ਉਹ ਆਪਣੇ ਹਿਸਾਬ ਨਾਲ ਦੇਖੋ ਪਤਾ ਜਿਹੜਾ ਇੰਸੀਡੈਂਟ ਹੋਇਆ, ਲੋਕ ਸੋਚਦੇ ਹੋਣਗੇ ਵੀ ਇਸ ਬੰਦੇ ਨੇ ਤਾਂ ਕੀਤਾ, ਇਹ ਲਾਈਮਲਾਈਨ 'ਚ ਆਉਣਾ ਚਾਹੁੰਦਾ ਜਾਂ ਇੱਧਰ ਹਾਂ। ਤੇ ਮੇਰਾ ਤਾਂ ਉਹ ਕੰਸਰਨ ਹੀ ਨਹੀਂ ਸੀਗਾ, ਨਾ ਹੈ ਨਾ ਭਵਿੱਖ 'ਚ ਹੋਣਾ, ਕਿਉਂਕਿ ਮੈਂ ਆਪਣੇ ਆਪ ਨੂੰ ਡੈਡੀਕੇਟਡ ਰੱਖਣਾ ਇੱਕ ਤਾਂ ਕਿਸਾਨਾਂ ਦੀ ਸੇਵਾ ਦੇ ਵਿੱਚ ਬਤੌਰ ਵਿਗਿਆਨੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ। ਦੂਸਰਾ ਜਿਹੜਾ ਮੈਂ ਕੰਮ ਕਰਨਾ ਚਾਹੁੰਦਾ, ਸਮਾਜ ਨੂੰ ਸਚਿਆਰ ਮਨੁੱਖਾਂ ਦਾ ਕਾਫਲਾ ਬਣਾ ਕੇ ਦੇਣਾ ਚਾਹੁੰਦਾ, ਜਿਹੜੇ ਸਾਡੇ ਵਿਦਿਅਕ ਅਦਾਰਿਆਂ ਨੂੰ ਸਾਂਭ ਲੈਣ, ਸਾਡੇ ਸਮਾਜ ਨੂੰ ਸਾਂਭ ਲੈਣ, ਸਾਡੀ ਆਰਥਿਕਤਾ ਨੂੰ ਸਾਂਭ ਲੈਣ, ਤੇ ਫਿਰ ਭਾਵੇਂ ਸਾਡੀ ਪੋਲਿਟਿਕਸ ਨੂੰ ਵੀ ਸਾਂਭ ਲੈਣ। ਉਹਨਾਂ ਨੂੰ ਚੰਗੇ ਬੰਦੇ ਦੀ ਲੋੜ ਹੈ, ਪਰ ਇਹ ਕੰਮ ਲੰਬਾ ਹੈ, 25-30-40 ਸਾਲ ਲੱਗਣਗੇ, ਤੇ ਮੈਂ ਉਸ ਸੇਵਾ 'ਚ ਆਪਣੇ ਆਪ ਨੂੰ ਸਮਰਪਿਤ ਰੱਖਾਂਗਾ। ਡਾਕਟਰ ਸਾਹਿਬ, ਡਾਕਟਰ ਵਰਿੰਦਰਪਾਲ ਸਿੰਘ ਜੀ, ਤੁਸੀਂ ਬਹੁਤ ਵਧੀਆ ਵਿਚਾਰ ਰੱਖੇ ਆ। ਅਸੀਂ ਇੱਕ ਵਾਰੀ ਫੇਰ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਡਾਕਟਰ ਵਰਿੰਦਰਪਾਲ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਵਿਸ਼ੇਸ਼ ਤੌਰ 'ਤੇ ਅਮਰੀਕਾ ਆਏ ਹੋਏ ਆ, ਤੇ ਇਹਨਾਂ ਨਾਲ ਅਸੀਂ ਇੱਥੇ ਅੱਜ ਪੰਜਾਬ ਮੇਲ ਸਟੂਡੀਓ ਵਿੱਚ ਗੱਲਬਾਤ ਕੀਤੀ ਆ, ਜਿੱਥੇ ਇੱਕ ਇਹ ਉੱਚ ਕੋਟੀ ਦੇ ਵਿਗਿਆਨੀ ਆ, ਇੱਕ ਉਸ ਦੇ ਨਾਲ ਸਮਾਜ ਸੇਵਾ ਦੇ ਵਿੱਚ ਵੀ ਬੜਾ ਵਡਮੁੱਲਾ ਯੋਗਦਾਨ ਪਾਉਂਦੇ ਆ। ਜੇ ਮੈਂ ਇੱਥੇ ਗੱਲ ਇਹ ਵੀ ਕਰਾਂ ਕਿ ਵਿਗਿਆਨੀ ਵੀ ਜਿਹੜਾ ਹੁੰਦਾ ਉਹ ਵੈਸੇ ਹੀ ਇੱਕ ਸਮਾਜ ਸੇਵਕ ਹੁੰਦਾ, ਤੇ ਇਹ 1 ਤੇ 1 11 ਬਹੁਤ ਵਧੀਆ ਕੰਮ ਕਰ ਰਹੇ ਆ। ਸਾਨੂੰ ਖੁਸ਼ੀ ਆ ਕਿ ਸਾਡੀ ਇਸ ਵੇਲੇ ਸਮਾਜ ਵਿੱਚ, ਸਾਡੀ ਸੁਸਾਇਟੀ ਵਿੱਚ ਅਜਿਹੀਆਂ ਸ਼ਖਸੀਅਤਾਂ ਹਾਲੇ ਵੀ ਮੌਜੂਦ ਆ ਜਿਹੜਾ ਕਿ ਆਪਣਾ ਪੂਰਾ ਜਿਹੜਾ ਡੈਡੀਕੇਟ ਆਪਣੇ ਸਮਾਜ ਨੂੰ, ਆਪਣੀ ਕਮਿਊਨਿਟੀ ਨੂੰ। ਅਸੀਂ ਬੜੇ ਵਡਭਾਗੇ ਹਾਂ ਕਿ ਅੱਜ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਹੋ। ਡਾਕਟਰ ਵਰਿੰਦਰਪਾਲ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ। ਬਹੁਤ ਧੰਨਵਾਦ ਤੁਹਾਡੇ ਚੈਨਲ ਦਾ, ਤੁਹਾਡੀਆਂ ਸੇਵਾਵਾਂ ਦਾ। ਆਸ ਕਰਦਾ ਕਿ ਤੁਹਾਡੇ ਮੰਚ ਤੋਂ ਗੱਲ ਹੋਈ ਹੈ, ਇਹਦੇ ਨਾਲ ਸਮਾਜ ਦੇ ਜਿਹੜੇ ਕਾਰਜ ਨੇ ਨੂੰ ਹੋਰ ਸਪੋਰਟ ਮਿਲੇਗੀ। ਤੁਹਾਡਾ ਬਹੁਤ ਬਹੁਤ ਧੰਨਵਾਦ ਰੰਧਾਵਾ ਸਾਹਿਬ, ਸਮਾਂ ਦੇਣ ਲਈ। ਥੈਂਕ ਯੂ ਵੈਰੀ ਮਚ।